हक सच की आवाज रेडियो वॉइस ऑफ खालसा सुन रहे सारे श्रोतियां का हरजोत कौर वालों एक बार फिर स्वागत है जी। सिख पीड़ा के 32 वरे इस प्रोग्राम दे विच जो कि नवंबर 1984 की सिख नस्लकुशी नूं बयान दा साडे रेडियो वालों एक खास उपराला है। तो सिख नस्लकुशी के शहीदां नूं समर्पित है यह प्रोग्राम सिख पीड़ा के 32 वरे। तो इस दौरान मैं श्रोतियां नूं ये कहना चाहांगी कि हर एक दे विचार आपो अपने हुंदे ने। रेडियो वॉइस खालसा दा किसी दे विचारां दे नाल सहमत या असहमत होना जरूरी नहीं है। तो इस नस्लकुशी बारे जे असीं गल करिए 1984 बारे, सिख इतिहास दे विच अपनी एक वखरी ही पीड़ लैके यह साल जिहड़ा उभरदा। इस साल नूं याद करदियां जहन दे विच खौफ, नफरत ते सवाल इक्को वारी जन्म लैंदे है। सवालों के जवाब भी कई बार मिल जाते हैं और नफरत का कारण भी पता लग जाता है, पर वो खौफ जिहड़ा है वो कित्थों आया ते क्यों आया ये समझ नहीं आती। वो खौफ क्यों सी, क्यों नहीं असीं डट के लड़ पाए उस वेले, की ऐसे सियासी कारण सन ते की समाजिक कारण सन या कोई होर, उस वेले दे हालात की सन। नवंबर 84 सिख कतलेआम जिसनों असीं कहने हैं ना संघार सी। सो इस सब बारे असीं हुण चर्चा करन जा रहे हैं। ते चर्चा करन लई इस वेले फोन लाइन ते मेरे नाल श्रोमणी गुरुद्वारा प्रबंधक कमेटी के खास मैंबर अंतरिम कमेटी के मैंबर भाई करनैल सिंह पंजौली जी इस वेले मौजूद ने जी। तो स्वागत है भाई साहब तुहाडा बहुत बहुत। हक सच की आवाज रेडियो वॉइस ऑफ खालसा ते वाहिगुरू जी का खालसा वाहिगुरू जी की फतेह जी। जी भाई साहब, सब तो पहला जिहड़ा मैं सवाल तुहानूं पुछना चाहांगी जी वो है कि नवंबर 84 जो है ये सिखां दे जहन ते इन्नी डूंगी छाप इन्हें क्यों छड्डी है? ऐसियां घटनावां तुहाडे जे असीं जरिए सुनिए तुहाडे पक्ष देखिए तां की ने? जी भाई साहब देखो गल असल विच ये है बई ये जून जिहड़ा नवंबर 1984 विच जो कतलेआम सिख पंथ दा होया जी, ਇਹਦਾ ਪਿਛੋਕੜ ਸਾਨੂੰ ਵੇਖਣ ਦਾ ਯਤਨ ਕਰਨਾ ਚਾਹੀਦਾ। ਅਸਲ ਵਿੱਚ ਤਾਂ ਸਿੱਖ ਪੰਥ ਨਾਲ ਧੱਕਿਆਂ, ਵਿਤਕਰਿਆਂ, ਧੋਖਿਆਂ, ਵਿਸ਼ਵਾਸਘਾਤਾਂ, ਅਕਿਰਤ ਘਣਤਾ ਅਤੇ ਜ਼ੁਲਮ ਜ਼ਬਰ ਦਾ ਇੱਕ ਲੰਮਾ ਇਤਿਹਾਸ ਹੈ ਜੋ 1947 ਤੋਂ ਲੈ ਕੇ ਅੱਜ ਤੱਕ ਲਗਾਤਾਰ ਦਿੱਲੀ ਦੀ, ਭਾਰਤ ਦੀ ਹਰ ਹਕੂਮਤ ਨੇ ਸਿੱਖ ਪੰਥ ਦੇ ਵਿਰੁੱਧ ਸਿਰਜਿਆ। ਇਹ ਜੋ ਘਟਨਾ, ਜੋ ਕਤਲੇਆਮ ਵਾਪਰਿਆ, ਇਹਦਾ ਪਿਛੋਕੜ ਵੀ ਜੇ ਅਸੀਂ ਦੇਖਣ ਦਾ ਯਤਨ ਕਰੀਏ ਤਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜੋ ਦੇਸ਼ ਦੀ ਮਤਲਬ ਹਿੰਦੂ ਬਹੁ ਗਿਣਤੀ ਦੀ ਜਿਹੜੀ ਲੀਡਰਸ਼ਿਪ ਸੀ, ਜਿਨ੍ਹਾਂ ਦੀ ਅਗਵਾਈ ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਸਰਦਾਰ ਪਟੇਲ ਤੇ ਇਹੋ ਜਿਹੇ ਲੋਕ ਕਰਦੇ ਸਨ, ਉਹਨਾਂ ਸਾਰੇ ਲੋਕਾਂ ਨੇ ਸਿੱਖਾਂ ਨਾਲ ਉਸ ਸਮੇਂ ਇੱਕ ਬਹੁਤ ਵੱਡਾ ਧੋਖਾ, ਫਰੇਬ, ਵਿਸ਼ਵਾਸਘਾਤ, ਕਿਰਤ ਘਣਤਾ ਕੀਤੀ ਜਦੋਂ ਇਹ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਉੱਤਰੀ ਭਾਰਤ ਵਿੱਚ ਇੱਕ ਅਜਿਹਾ ਖਿੱਤਾ ਸਿੱਖਾਂ ਨੂੰ ਦਿੱਤਾ ਜਾਏਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਪਰੰਤੂ ਬਹੁਤ ਅਫਸੋਸ ਅਤੇ ਦੁੱਖ ਦੀ ਗੱਲ ਇਹ ਹੈ ਕਿ ਦੇਸ਼ ਆਜ਼ਾਦ ਹੋ ਗਿਆ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਉੱਤਰੀ ਭਾਰਤ ਵਿੱਚ ਇੱਕ ਖਿੱਤਾ ਦੇਣ ਦੀ ਗੱਲ ਤਾਂ ਬਹੁਤ ਵੱਡੀ ਸੀ, ਬਲਕਿ ਮਤਲਬ ਇਸ ਮੁਲਕ ਲਈ, ਇਸ ਮੁਲਕ ਦੀ ਏਕਤਾ ਤੇ ਅਖੰਡਤਾ ਲਈ ਮਰਨ ਵਾਸਤੇ ਵੀ ਜੇ ਸਿੱਖਾਂ ਨੇ ਫੌਜ ਵਿੱਚ ਭਰਤੀ ਹੋਣਾ ਸੀ ਤਾਂ ਸਿੱਖਾਂ ਦੀ ਯੋਗਤਾ ਦੀ ਬਜਾਏ ਬਹੁਤ ਵੱਡਾ ਕੱਟ ਲਾ ਕੇ 2% ਸਿੱਖਾਂ ਦੀ ਭਰਤੀ ਕੀਤੀ ਗਈ। ਇਹ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨੀ ਨਫ਼ਰਤ ਹੈ, ਕਿੰਨਾ ਧੋਖਾ, ਕਿੰਨਾ ਵਿਸ਼ਵਾਸਘਾਤ ਹੈ। ਅਸੀਂ ਦੇਸ਼ ਲਈ ਮਰਨਾ ਚਾਹੁੰਦੇ ਹਾਂ, ਦੇਸ਼ ਲਈ ਸ਼ਹੀਦ ਹੋਣਾ ਚਾਹੁੰਦੇ ਹਾਂ, ਫੌਜ 'ਚ ਭਰਤੀ ਹੋ ਕੇ, ਲੇਕਿਨ ਉੱਥੇ ਵੀ ਸਾਡੀ ਯੋਗਤਾ ਨੂੰ ਅਹਿਮੀਅਤ ਦੇਣ ਦੀ ਬਜਾਏ ਪਰਸੈਂਟੇਜ ਨੂੰ ਮਾਪਿਆ ਜਾਂਦਾ ਤੇ 2% ਦੀ ਭਰਤੀ ਸਾਡੇ ਨਾਲ ਮਤਲਬ ਰੱਖੀ ਗਈ। ਦੂਸਰੀ ਗੱਲ, ਅੱਜ ਦਾ ਦਿਨ ਵੀ ਜਿੱਥੇ ਦਿੱਲੀ ਦੇ ਵਿੱਚ ਸਿੱਖਾਂ ਦੇ ਕਤਲੇਆਮ ਦਾ ਦਿਨ ਹੈ, ਉੱਥੇ ਨਾਲ ਦੀ ਨਾਲ ਕੱਲ੍ਹ ਦਾ ਜਿਹੜਾ ਦਿਨ ਹੈ ਇਸ ਦੇਸ਼ ਦੇ ਅੰਦਰ ਜਿਵੇਂ ਪੰਜਾਬੀ ਸੂਬਾ ਬਣਾਇਆ ਉਹਦੀ 50ਵੀਂ ਵਰ੍ਹੇਗੰਢ ਹੈ,
ਜੇ ਤੁਸੀਂ ਉਹਦਾ ਵੀ ਪਿਛੋਕੜ ਜਾਣਨ ਦਾ ਯਤਨ ਕਰੀਏ ਇਸ ਮਸਲੇ ਦੇ ਨਾਲ ਕਿ ਦੇਸ਼ ਦੇ ਅੰਦਰ ਜਿੰਨੇ ਵੀ ਸੂਬੇ ਬਣੇ ਸਾਰੇ ਸੂਬੇ ਬੋਲੀ ਦੇ ਆਧਾਰ ਤੇ ਬਣੇ। ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਰੈਜੂਲੇਸ਼ਨ ਪੇਸ਼ ਕੀਤਾ ਕਿ ਭਾਸ਼ਾ ਨੂੰ ਮੁੱਖ ਮੰਨ ਕੇ ਭਾਸ਼ਾ ਦੇ ਆਧਾਰ ਦੇ ਉੱਤੇ ਬੋਲੀ ਦੇ ਆਧਾਰ ਤੇ ਸੂਬੇ ਬਣਾਏ ਜਾਣਗੇ। ਹਿੰਦੁਸਤਾਨ ਦੇ ਕਿਸੇ ਵੀ ਸੂਬੇ ਨੂੰ ਆਪਣੀ ਹੋਂਦ ਬਣਾਉਣ ਲਈ ਨਾ ਧਰਨਾ, ਨਾ ਮੁਜ਼ਾਹਰਾ, ਨਾ ਜੇਲ੍ਹ ਜਾਣ ਦਾ ਮੌਕਾ ਮਿਲਿਆ, ਨਾ ਮੋਰਚੇ ਲਾਉਣ ਦਾ ਮੌਕਾ ਮਿਲਿਆ। ਸਾਰੇ ਸੂਬੇ ਹਿੰਦੁਸਤਾਨ ਦੇ ਅੰਦਰ ਆਰਾਮ ਨਾਲ ਬਣਾ ਦਿੱਤੇ ਗਏ, ਭਾਵੇਂ ਉਹ ਮਹਾਰਾਸ਼ਟਰ ਸੀ, ਭਾਵੇਂ ਉਹ ਬੰਗਾਲ ਸੀ, ਭਾਵੇਂ ਉਹ ਯੂਪੀ ਹੈ ਜਾਂ ਮੱਧ ਪ੍ਰਦੇਸ਼ ਹੈ ਜਾਂ ਕੋਈ ਹੋਰ ਦੇਸ਼ ਦਾ ਸੂਬਾ। ਪਰ ਜਦੋਂ ਪੰਜਾਬੀਆਂ ਨੇ ਇਹ ਗੱਲ ਕਹੀ ਕਿ ਮਾਂ ਬੋਲੀ ਪੰਜਾਬੀ ਨੂੰ ਵੀ ਮਾਨਤਾ ਦਿੱਤੀ ਜਾਵੇ, ਤਾਂ ਮਾਨਤਾ ਦੇਣ ਦੀ ਬਜਾਏ ਇੱਥੇ ਮੋਰਚੇ ਲਾਉਣੇ ਪਏ, ਜੇਲ੍ਹਾਂ ਕੱਟਣੀਆਂ ਪਈਆਂ, ਡਾਂਗਾਂ ਖਾਣੀਆਂ ਪਈਆਂ ਔਰ ਅਖੀਰ ਗੋਲੀਆਂ ਨਾਲ ਸਿੱਖ ਔਰ ਪੰਥ ਨੂੰ, ਪੰਜਾਬੀਆਂ ਨੂੰ ਸ਼ਹੀਦ ਕੀਤਾ ਗਿਆ। ਇਹ ਮੰਗ ਵੀ ਜਿਹੜੀ ਹੈ ਨਾ, ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪ ਪਾਰਲੀਮੈਂਟ ਵਿੱਚ ਰੱਖੀ ਤੇ ਉਹਦੇ ਨਾਲ ਵੀ ਸਾਡੇ ਨਾਲ ਇੱਕ ਬਹੁਤ ਧੋਖਾ ਮਤਲਬ ਜਿਹੜਾ ਉਹ ਕੀਤਾ ਗਿਆ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ, ਇਹਨਾਂ ਗੱਲਾਂ ਨੂੰ ਬਾਰ-ਬਾਰ ਸਿੱਖਾਂ ਨੇ ਦੇਸ਼ ਦੀ ਪਾਰਲੀਮੈਂਟ ਦੇ ਸਾਹਮਣੇ ਰੈਜੂਲੇਸ਼ਨ ਰੱਖੇ। ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਕਿਤੇ ਨਾ ਕਿਤੇ ਸਰ ਕਪੂਰ ਸਿੰਘ ਵਰਗਿਆਂ ਨੇ ਆਪਣੀ ਗੱਲ ਰੱਖਣ ਦਾ ਯਤਨ ਕੀਤਾ ਵੀ ਸਾਡੇ ਨਾਲ ਧੋਖਾ ਹੋਇਆ, ਸਾਡੇ ਨਾਲ ਇਨਸਾਫ ਕੀਤਾ ਜਾਵੇ। ਕਿਤੇ ਨਾ ਹੋਇਆ। ਅਖੀਰ ਜਾ ਕੇ ਇਸ ਦੇਸ਼ ਦੇ ਅੰਦਰ ਸਿੱਖਾਂ ਨੂੰ ਧਰਮ ਯੁੱਧ ਮੋਰਚੇ ਦੇ ਨਾਂ ਦੇ ਉੱਤੇ ਇੱਕ ਮੋਰਚਾ ਲਾਉਣਾ ਪਿਆ, ਜਿਹੜਾ ਮੋਰਚਾ ਸਿੱਖਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਖਲੋ ਕੇ ਕਿਹਾ ਕਿ ਇਹ ਕਿਸੇ ਮਜ਼ਹਬ ਦੇ ਖਿਲਾਫ ਨਹੀਂ, ਕਿਸੇ ਧਰਮ ਦੇ ਖਿਲਾਫ ਨਹੀਂ, ਕਿਸੇ ਕੌਮ ਦੇ ਖਿਲਾਫ ਨਹੀਂ, ਕਿਸੇ ਦੇਸ਼ ਦੇ ਖਿਲਾਫ ਨਹੀਂ। ਇਹ ਮੋਰਚਾ ਕੇਵਲ ਤੇ ਕੇਵਲ ਸਿੱਖਾਂ ਨੇ ਆਪਣੇ ਇਨਸਾਫ ਲਈ ਮੋਰਚਾ ਲਾਇਆ ਤੇ ਸਿੱਖਾਂ ਨਾਲ ਜੋ ਧੱਕਾ, ਵਿਤਕਰਾ, ਬੇਇਨਸਾਫੀ ਜਾਂ ਧੋਖਾ ਹੋਇਆ ਉਹ ਜਿਹੜਾ ਸੀ ਉਹਨੂੰ ਠੀਕ ਕੀਤਾ ਜਾਵੇ। ਇਸ ਕਰਕੇ ਧਰਮ ਯੁੱਧ ਮੋਰਚਾ ਜਿਹੜਾ ਸੀ ਇਹ ਲਾਇਆ ਤੇ ਇਸ ਮੋਰਚੇ ਦੇ ਦੌਰਾਨ 1.5 ਲੱਖ ਤੋਂ ਵੱਧ ਲੋਕ ਜਦੋਂ ਗ੍ਰਿਫਤਾਰ ਹੋ ਗਏ ਦੁਨੀਆ ਭਰ ਵਿੱਚ। ਉਸ ਸਮੇਂ ਦੀ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਮਿਸਿਜ਼ ਇੰਦਰਾ ਗਾਂਧੀ, ਉਹਦੀ ਬਦਨਾਮੀ ਹੋਣੀ ਸ਼ੁਰੂ ਹੋਈ ਕਿ ਤੁਸੀਂ ਦੁਨੀਆ ਭਰ ਵਿੱਚ ਆਪਣੇ ਆਪ ਨੂੰ ਇੱਕ ਸੰਸਾਰ ਦਾ ਵੱਡਾ ਲੀਡਰ ਉਭਾਰਨ ਦਾ ਯਤਨ ਕਰਦੇ ਹੋ, ਪਰ ਦੁਨੀਆ ਦੇ ਅੰਦਰ ਸਭ ਤੋਂ ਜਿਹੜੀ ਘੱਟ ਗਿਣਤੀ ਕੌਮ ਹੈ ਤੁਹਾਡੇ ਹੀ ਮੁਲਕ ਦੀ, ਜਿਹਨੇ ਡੈਮੋਕ੍ਰੈਟਿਕ ਤਰੀਕੇ ਨਾਲ, ਲੋਕ ਰਾਜੀ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਲਈ ਮੋਰਚਾ ਲਾਇਆ, ਉਹਦੇ ਨਾਲ ਧੱਕਾ ਕਿਉਂ ਆ, ਉਹਦੇ ਨਾਲ ਵਿਤਕਰਾ ਕਿਉਂ ਹੈ? ਇਹ ਸਵਾਲ ਮਿਸਿਜ਼ ਇੰਦਰਾ ਗਾਂਧੀ ਨੂੰ ਮੀਡੀਆ ਦੇ ਜ਼ਰੀਏ ਮੁਲਕ ਦੇ, ਦੁਨੀਆ ਦੇ ਹਰ ਮੁਲਕ ਵਿੱਚ ਜਿਹੜਾ ਸੀ ਉਹਦਾ ਜਵਾਬ ਉਹਨੂੰ ਮਤਲਬ ਦੇਣਾ ਪੈਂਦਾ ਸੀ। ਤੇ ਉਹਨੇ ਇਸ ਮੋਰਚੇ ਨੂੰ ਜਿਹੜਾ ਸ਼ਾਂਤਮਈ ਸੀ ਇਹਨੂੰ ਬਦਨਾਮ ਕਰਨ ਦੇ ਲਈ ਬੜੀਆਂ ਮਤਲਬ ਕੋਝੀਆਂ ਸਾਜ਼ਿਸ਼ਾਂ ਜਿਹੜੀਆਂ ਸੀ ਉਹ ਘੜੀਆਂ ਔਰ ਬਹੁਤ ਸਾਰੇ ਐਸੇ ਏਜੰਟ ਜਿਹੜੇ ਖੜੇ ਕੀਤੇ ਗਏ, ਜਿਹੜੇ ਏਜੰਟ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਔਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਉਹਨਾਂ ਨੂੰ ਬਦਨਾਮ ਕਰਨ ਲਈ। ਔਰ ਇਹ ਕਿਹਾ ਗਿਆ ਕਿ ਇਹ ਮੋਰਚਾ ਦੇਸ਼ ਵਿਰੋਧੀ ਹੈ, ਇਹ ਮੋਰਚਾ ਅੱਤਵਾਦੀਆਂ ਤੇ ਵੱਖਵਾਦੀਆਂ ਵੱਲੋਂ ਲਾਇਆ ਗਿਆ, ਇਹ ਮੋਰਚਾ ਹਿੰਦੂ ਬਹੁ ਗਿਣਤੀ ਦਾ ਕਤਲੇਆਮ ਕਰ ਰਿਹਾ, ਇਹ ਮੋਰਚਾ ਇਨਸਾਫ ਲਈ ਨਹੀਂ ਬਲਕਿ ਦੇਸ਼ ਅੰਦਰ ਅਫਰਾ ਤਫਰੀ ਫੈਲਾਉਣ ਦੇ ਲਈ ਇਹ ਮੋਰਚਾ ਲਾਇਆ ਗਿਆ। ਇਹ ਸਾਰੀ ਸਾਜ਼ਿਸ਼ ਜਿਹੜੀ ਸੀ ਦੇਸ਼ ਦੀ ਪ੍ਰਧਾਨ ਮੰਤਰੀ ਮਿਸਿਜ਼ ਇੰਦਰਾ ਗਾਂਧੀ ਵੱਲੋਂ ਘੜੀ ਗਈ। ਦੇਖੋ ਕਿੰਨੇ ਅਫਸੋਸ ਦੀ ਗੱਲ ਹੈ, ਪੂਰੇ ਭਾਰਤ ਵਿੱਚ ਅੱਜ ਤੱਕ 50 ਸਾਲ ਹੋ ਚੁੱਕੇ ਨੇ, ਕੋਈ ਸੂਬਾ ਐਸਾ ਨਹੀਂ ਹੈ ਜਿਸ ਸੂਬੇ ਕੋਲ ਉਹਦਾ ਆਪਣਾ ਹਾਈ ਕੋਰਟ ਨਾ ਹੋਵੇ। ਇਕੱਲਾ ਪੰਜਾਬ ਹੈ ਜਿਹਦੇ ਕੋਲ ਉਹਦਾ ਆਪਣਾ ਹਾਈ ਕੋਰਟ ਨਹੀਂ, ਜਿਹਦੇ ਕੋਲ ਉਹਦੀ ਆਪਣੀ ਰਾਜਧਾਨੀ ਨਹੀਂ, ਜਿਹਦੇ ਡੈਮਾਂ ਉੱਤੇ ਦਿੱਲੀ ਨੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ। ਸਾਡੇ ਕੋਲ ਪੰਜਾਬ ਕੋਲ ਕੇਵਲ ਤੇ ਕੇਵਲ ਇੱਕੋ ਇੱਕ ਸੋਰਸ ਸੀ, ਉਹ ਸੀ ਇਕੱਲਾ ਪਾਣੀ ਦਾ, ਜਿਹੜਾ ਕੁਦਰਤੀ ਸੋਮਾ ਸੀ। ਲੇਕਿਨ ਬਾਕੀ ਸਾਰੇ ਸੋਰਸ, ਜਿਵੇਂ ਰਾਜਸਥਾਨ ਦੇ ਕੋਲ ਪੱਥਰ ਹੈ, ਕਿਤੇ ਲੋਹਾ, ਕਿਸੇ ਕੋਲ ਕੋਲਾ, ਕਿਸੇ ਕੋਲ ਮਿੱਟੀ ਦਾ ਤੇਲ ਹੈ, ਕਿਸੇ ਕੋਲ ਹੀਰੇ ਨੇ, ਕਿਸੇ ਕੋਲ ਗੈਸ ਹੈ, ਕਿਸੇ ਕੋਲ ਚਾਂਦੀ ਹੈ, ਕਿਸੇ ਕੋਲ ਜਵਾਹਰਾਤ ਨੇ, ਉਹਨਾਂ ਕੋਲ ਸੋਰਸ ਆਫ ਇਨਕਮ ਨੇ। ਪੰਜਾਬ ਕੋਲ ਅਜਿਹਾ ਕੁਝ ਨਹੀਂ ਹੈ। ਪੰਜਾਬ ਦਾ ਇਹ ਸੋਰਸ ਜਿਹੜਾ ਇਹ ਵੀ ਖੋ ਕੇ ਧੱਕੇ ਦੇ ਨਾਲ
ਤੇ ਇਹ ਪੰਜਾਬ ਨੂੰ ਆਰਥਿਕ ਤੌਰ ਤੇ ਤਬਾਹ ਕਰਨ ਦਾ ਰਸਤਾ ਮਤਲਬ ਦਿੱਲੀ ਨੇ ਅਖਤਿਆਰ ਕੀਤਾ ਹੋਇਆ ਸੀ। ਕਿੱਡਾ ਵੱਡਾ ਧੋਖਾ ਦੁਨੀਆ ਭਰ ਦੇ ਅੰਦਰ ਕਿ ਪੰਜਾਬ ਵਿੱਚ ਫੌਜ ਲਾਈ, ਕਤਲੇਆਮ ਸਿੱਖਾਂ ਦਾ ਕੀਤਾ ਗਿਆ, ਹਮਲਾ ਦਰਬਾਰ ਸਾਹਿਬ ਦੇ ਉੱਤੇ ਕੀਤਾ ਗਿਆ, ਅਕਾਲ ਤਖ਼ਤ ਢਾਹ ਢੇਰੀ ਕੀਤਾ ਗਿਆ, ਸਿੱਖਾਂ ਦੇ ਮਾਸੂਮ ਬੱਚੇ, ਨਿਹੱਥੀਆਂ ਔਰਤਾਂ ਉਹ ਕਤਲ ਕੀਤੀਆਂ ਗਈਆਂ, ਪੂਰੇ ਪੰਜਾਬ ਨੂੰ ਨਪੀੜਿਆ ਗਿਆ, 38 ਗੁਰਦੁਆਰੇ ਸਾਹਿਬਾਨਾਂ ਤੇ ਹਮਲਾ ਕੀਤਾ ਗਿਆ। ਉਲਟਾ ਕਿਹਾ ਇਹ ਗਿਆ ਕਿ ਇਹਦੇ ਉੱਤੇ ਜਿੰਨਾ ਖਰਚਾ ਆਇਆ ਉਹ ਸਾਰੇ ਦਾ ਸਾਰਾ ਪੰਜਾਬ ਦੇਵੇ। ਦੇਖੋ ਜਿਨ੍ਹਾਂ ਲੋਕਾਂ ਨੂੰ ਮਾਰਿਆ ਜਾ ਰਿਹਾ ਤੇ ਕਰਜ਼ਾ ਵੀ ਉਹਨਾਂ ਦੇ ਸਿਰ ਉੱਤੇ ਝਾੜਿਆ, ਪੈਸਾ ਵੀ ਉਹਨਾਂ ਤੋਂ ਮੰਗਿਆ ਜਾ ਰਿਹਾ। ਅੱਜ ਇਹੀ ਕਾਰਨ ਕਿ 1,33,000 ਕਰੋੜ ਰੁਪਏ ਦਾ ਪੰਜਾਬ ਜਿਹੜਾ ਹੈ ਉਹ ਕਰਜ਼ਈ ਹੋ ਗਿਆ। ਇਹ ਇਸ ਕਰਕੇ ਕਿ ਮਿਸਿਜ ਇੰਦਰਾ ਗਾਂਧੀ ਨੇ ਇੱਕ ਹੱਠ ਧਰਮੀ ਕੀਤੀ, ਇੱਕ ਘੱਟ ਗਿਣਤੀ ਕੌਮ ਨੂੰ ਉਹਦੀ ਨਸਲਕੁਸ਼ੀ ਕਰਨ ਦਾ ਯਤਨ ਕੀਤਾ। ਉਹਦੇ ਅੰਦਰ ਜਿਹੜਾ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉਹ ਅਰਦਾਸ ਕਰਦੇ ਨੇ ਕਿ ਦੇਗ ਤੇ ਫਤਿਹ ਪੰਥ ਕੀ ਜੀ, ਰਾਜ ਕਰੇਗਾ ਖਾਲਸਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਜਿਹੜੀ ਸੀ ਉਹਦੇ ਨਾਲ ਇਸ ਕਿਸਮ ਦਾ ਯਤਨ ਜਿਹੜਾ ਸੀ ਉਹ ਮਿਸਿਜ ਇੰਦਰਾ ਗਾਂਧੀ ਨੇ ਕੀਤਾ। ਔਰ ਇਹਦਾ ਇਸੇ ਪਿਛੋਕੜ ਦਾ ਇਸ ਸਾਰੇ ਜ਼ੁਲਮੀ ਸਾਕੇ ਦਾ ਹੈ ਕਿ ਇਹ ਘਟਨਾ ਜਿਹੜੀ ਅੱਜ ਦੇ ਦਿਨ ਦਿੱਲੀ ਦੇ ਧਰਤੀ ਉੱਤੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ, ਫੂਕਿਆ ਗਿਆ। ਦੇਖੋ ਐਡੀ ਨੇਰ ਕਰਦੀ ਹੈ ਵੀ ਦੋ ਵਿਅਕਤੀ, ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ, ਦੋ ਸਿੱਖਾਂ ਨੇ ਮਿਸਿਜ ਇੰਦਰਾ ਗਾਂਧੀ ਦਾ ਕਤਲ ਕੀਤਾ। ਅੱਜ 32 ਵਰ੍ਹੇ ਹੋ ਗਏ। 32 ਵਰ੍ਹਿਆਂ ਦੇ ਦੌਰਾਨ ਦੁਨੀਆ ਦਾ ਕੋਈ ਇਨਸਾਫ ਪਸੰਦ ਇਸ ਗੱਲ ਦਾ ਜਵਾਬ ਨਹੀਂ ਦੇ ਸਕਿਆ ਕਿ ਜਿਨ੍ਹਾਂ ਹਜ਼ਾਰਾਂ ਸਿੱਖਾਂ ਨੂੰ ਤੁਸੀਂ ਕਤਲ ਕੀਤਾ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਫੂਕਿਆ ਗਿਆ, ਤੇ ਉਹਨਾਂ ਲੋਕਾਂ ਦਾ ਕਸੂਰ ਕੀ ਸੀ। ਜਦ ਕਿ ਕਤਲ ਦੋ ਬੰਦਿਆਂ ਨੇ ਕੀਤਾ ਸੀ ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਇੱਕ ਥਾਂ ਤੇ ਸ਼ਹੀਦ ਹੋ ਗਿਆ, ਦੂਸਰੇ ਨੂੰ ਮੁਕੱਦਮੇ ਦੇ ਤਹਿਤ ਔਰ ਤੀਸਰੇ ਨੂੰ ਮੁਕੱਦਮੇ ਦੇ ਤਹਿਤ 3 ਸਾਲਾਂ ਦੇ ਦਰਮਿਆਨ ਫਾਂਸੀ ਦੇ ਦਿੱਤੀ ਗਈ। ਇਹ ਕਾਲਾ ਕਾਰਨਾਮਾ ਜਿਹੜਾ ਸੀ ਇਹ ਮਿਸਿਜ ਇੰਦਰਾ ਗਾਂਧੀ ਨੇ ਭਾਰਤ ਦੀ ਬਹੁ ਗਿਣਤੀ ਨੇ ਮਤਲਬ ਹਿੰਦੁਸਤਾਨ ਦੇ ਅੰਦਰ ਘੱਟ ਗਿਣਤੀ ਕੌਮ ਦਾ ਦੀ ਨਸਲਕੁਸ਼ੀ ਕਰਨ ਲਈ ਇੱਕ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਸੀ। ਜੀ ਸੋ ਭਾਈ ਸਾਹਿਬ, ਇਸ ਸਾਲ ਜੋ ਘਟਨਾਵਾਂ ਵਾਪਰੀਆਂ ਉਹ ਘਟਨਾਵਾਂ ਹੈ ਕੀ ਸੀ ਨਵੰਬਰ ਦੇ ਵਿੱਚ? ਅਕਤੂਬਰ 31 ਤੋਂ 30 ਤੋਂ ਸ਼ੁਰੂ ਹੋ ਜਾਂਦੀਆਂ, ਥੋੜੀ ਬਹੁਤ ਦਿਮਾਗ ਤੋਂ ਸ਼ੁਰੂ ਹੋ ਜਾਂਦੀਆਂ ਨੇ, ਪਰ 31 ਤੋਂ ਲੈ ਕੇ ਅਗਲੇ 4-5 ਦਿਨਾਂ ਤੱਕ ਕੀ ਘਟਨਾਵਾਂ ਜਿਹੜੀਆਂ ਨੇ ਉਹ ਦਿੱਲੀ 'ਚ ਵਾਪਰੀਆਂ ਤੇ ਇਸ ਦਾ ਪੰਜਾਬ ਦਾ ਕੀ ਹਾਲ ਸੀ? ਜੀ ਦੇਖੋ, ਜਦੋਂ ਇਹ ਸਾਰਾ ਕੁਝ ਜਦੋਂ ਵਾਪਰ ਰਿਹਾ ਸੀ ਦਿੱਲੀ ਦੀ ਧਰਤੀ ਦੇ ਉੱਤੇ, ਪੂਰਾ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਅੰਦਰ ਜਿੱਥੇ ਵੀ ਕਿਤੇ ਸਿੱਖ ਬੈਠੇ ਸੀ ਉਹ ਸਾਰੇ ਸਿੱਖਾਂ ਦੀ ਨਿਸ਼ਾਨਦੇਹੀ ਕੀਤੀ ਗਈ। ਸਾਰੇ ਸਿੱਖਾਂ ਦੇ ਵੋਟਰ ਲਿਸਟਾਂ ਲੈ ਕੇ ਉਹਨਾਂ ਦੇ ਘਰਾਂ ਦੇ ਉੱਤੇ ਨੰਬਰ ਲਾਏ ਗਏ ਔਰ ਸਾਰੇ ਹਿੰਦੁਸਤਾਨ ਦੇ ਅੰਦਰ ਜਿੱਥੇ ਵੀ ਕਿਤੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਜਿਹੜੇ ਵੀ ਲੋਕ ਸਿੱਖਾਂ ਦਾ ਕਤਲ ਕਰਨਗੇ ਉਹਨਾਂ ਨੂੰ ਹਰ ਤਰ੍ਹਾਂ ਦੀ ਮਾਇਕ ਮਦਦ ਜਿਹੜੀ ਹੈ, ਉਹਨਾਂ ਨੂੰ ਸਾਧਨ ਜਿਹੜੇ ਨੇ, ਉਹਨਾਂ ਨੂੰ ਕਤਲ ਕਰਨ ਦੇ ਹਥਿਆਰ ਜਿਹੜੇ ਨੇ ਉਹ ਕਾਂਗਰਸ ਸਰਕਾਰ ਨੇ ਮੁਹੱਈਆ ਕਰਨੇ ਨੇ। ਔਰ ਉਹਦਾ ਨੰਗਾ ਚਿੱਟਾ ਸਬੂਤ 2 ਥਾਵਾਂ ਤੇ ਤੁਸੀਂ ਵੇਖ ਸਕਦੇ ਹੋ। ਪਹਿਲਾ ਇਹ ਕਿ ਦਿੱਲੀ ਦੇ ਅੰਦਰ 3 ਦਿਨ ਲਗਾਤਾਰ ਕਤਲੇਆਮ ਹੁੰਦਾ ਰਿਹਾ ਤੇ ਫੌਜ ਜਿਹੜੀ ਸੀ ਦਿੱਲੀ ਦੇ ਵਿੱਚ ਵੀ ਮੌਜੂਦ ਸੀ, ਦਿੱਲੀ ਦੇ ਲਾਗੇ ਮੇਰਠ ਦੇ ਲਾਗੇ ਵੀ ਫੌਜ ਸੀ। ਸਿੱਖ ਫੌਜੀ ਜਿਹੜੇ ਕਮਾਂਡਰ ਸਨ ਉਹਨਾਂ ਨੇ ਵਾਰ-ਵਾਰ ਆਪਣੇ ਜਰਨੈਲਾਂ ਨੂੰ ਕਿਹਾ ਕਿ ਕਤਲੇਆਮ ਹੋ ਰਿਹਾ, ਦੇਸ਼ ਦੀ ਹਾਲਾਤ ਵਿਗੜ ਰਹੇ ਨੇ, ਤੁਸੀਂ ਸਾਨੂੰ ਆਗਿਆ ਦਿਓ ਤਾਂ ਕਿ ਅਸੀਂ ਕੰਟਰੋਲ ਕਰ ਸਕੀਏ। ਕਿਸੇ ਨੇ ਫੌਜ ਨੂੰ ਆਗਿਆ ਨਹੀਂ ਦਿੱਤੀ, ਕਿਸੇ ਨੇ ਫੌਜ ਨੂੰ ਦਿੱਲੀ 'ਚ ਨਹੀਂ ਵੜਨ ਦਿੱਤਾ। ਔਰ ਹਰਿਆਣੇ ਦਾ ਹੋਂਦ ਚਿੱਲੜ ਪਿੰਡ ਜਿਹੜਾ ਪਿੰਡ 1947 ਵਿੱਚੋਂ ਉੱਜੜ ਕੇ ਆਏ ਸਿੱਖਾਂ ਨੂੰ ਬਕਾਇਦਾ ਇਸ ਕਰਕੇ ਵਸਾਇਆ ਗਿਆ ਕਿ ਜਿਹਦਾ ਇਸ ਦੇਸ਼ ਦੇ ਚੰਦੂ ਲਾਲ ਤ੍ਰਿਵੇਦੀ ਨੇ ਜੋ ਉਸ ਸਮੇਂ ਦੇ ਗ੍ਰਹਿ ਮੰਤਰੀ ਸਨ, ਜਿਨ੍ਹਾਂ ਨੇ ਇਹ ਸਰਕੂਲਰ ਜਾਰੀ ਕੀਤਾ ਸੀ ਕਿ ਜਿਹੜੇ ਲੋਕ ਪਾਕਿਸਤਾਨ ਤੋਂ ਸਿੱਖ ਉੱਜੜ ਕੇ ਆ ਰਹੇ ਨੇ ਉਹਨਾਂ ਨੂੰ ਕਿਸੇ ਇੱਕ ਥਾਂ ਇਕੱਠੇ ਨਹੀਂ ਵਸਾਉਣਾ। ਉਹ ਜਰਾਇਮ ਪੇਸ਼ਾ ਕੌਮ ਨੇ, ਕ੍ਰਿਮੀਨਲ ਲੋਕ ਨੇ,
डाकू चोर लुटेरे ते धाड़वी ने उन्होंने पूरे भारत में खंडा दिता जाए, वो एक थां ना बैठन। उसे साजिश के तहत हरियाणे के होंद चिलड़ पिंड विच उन्होंने वसाया गया ते 1984 के अज के दिन हरियाणे रोडवेज दी बसां, हरियाणा रोडवेज के कांग्रेस के गुंडे और हिंदू बहु गिणती के लोग जिहड़े सन वो इकट्ठे किए गए। बसां उन्होंने दित्तियां गईयां, डीजल पेट्रोल उन्होंने दिता गया, शराब उन्होंने पिलाई गई, हथियार उन्होंने दिते गए। पूरे का पूरा पिंड जिहड़ा सी उन्होंने फूकिया, सिखां नूं मारिया, साड़िया और खंडरात बना के रख दिता। ते उस तो बड़ी घिनौनी हरकत है कि एक फौजी जिहड़ा केवल उत्थे पनाह लैण गया, वो फौजी भी उत्थे शहीद कर दिता गया ते सिखां दे मासूम बच्चों का कतल करके उन्होंने खूह विच सुੱਟ दिता गया। ये उस किस्म का जुल्म सी जिहड़ा जुल्म कदे ਵੱਡੇ ਘੱਲੂ ਘਾਰੇ ਦੇ ਵਿੱਚ ਕੁੱਪਰ ਹੀੜੇ ਵਾਪਰਿਆ, ਜਿਹੜਾ ਛੋਟੇ ਘੱਲੂ ਘਾਰੇ ਦੇ ਵਿੱਚ ਕਾਨੂੰਬਾਨ ਦੇ ਛੰਭ ਵਿੱਚ ਵਾਪਰਿਆ। ਇਹ ਉਸੇ ਕਿਸਮ ਦਾ ਜ਼ੁਲਮ ਜਿਹੜਾ ਸੀ ਮੀਰ ਮੰਨੂ ਜ਼ਕਰੀਆ ਖਾਂ ਦੇ ਜ਼ੁਲਮਾਂ ਵਰਗਾ ਜ਼ੁਲਮ ਸਿੱਖ ਪੰਥ ਤੇ ਕੀਤਾ ਗਿਆ ਸੀ ਜੀ। ਤੇ ਭਾਈ ਸਾਹਿਬ ਉਸ ਦੌਰਾਨ ਤੁਸੀਂ ਕਿੱਥੇ ਸੀ ਜਦੋਂ ਇਹ ਘਟਨਾਵਾਂ ਵਾਪਰ ਰਹੀਆਂ ਸੀ? ਦੇਖੋ ਉਹਨਾਂ ਦਿਨਾਂ ਦੇ ਅੰਦਰ मैं नैशनल सिक्योरिटी एक्ट के तहत नाभे की जेल के अंदर नजरबंद सी और जिन्नियां रिपोर्टां नाभे की जेल के अंदर सानू मिलदियां रहियां, वो सारियां रिपोर्टां तो एक गल जिहड़ी आ प्रतीत हुंदी सी कि इस देश के अंदर जो कुछ भी सिखां नाल वापरिया वो सारा कुछ सुन के मतलब शर्म नाल सिर झुक जांदा है। और इदां लगदा कि जिस भारत नूं असीं दुनिया का सब तो वध डेमोक्रेटिक मुल्क दसदे हैं, जिन्हों धर्म निरपक्षता का जिहड़ा दावे करते हैं जिस मुल्क के अंदर, ओदी दोस्त मुल्क की दशा वेखो की है कि इस मुल्क के अंदर जिहड़े लोग सीधे रूप दे विच सिखां दा कतल करन विच शामिल नहीं होए, उन्हां लोगां ने फिर 1985 दे विच इत्थे वोटां पईयां इंदिरा गांधी की मौत तो बाद, ते वोटां दे विच सब तो वध हिंदू बहु गिणती ने कांग्रेस के हक में वोट भुगता के यह साबित करने का यतन किया कि जो कार्रवाई सिख पंथ के खिलाफ की गई है, जो कतलेआम सिखां का होया, असी उस कतल दे विच भावें शामिल नहीं होए, पर असी तुहाडे वल्लों कीते होए इस कातल की ताईद करते हैं इस करके कि तुसीं सही फैसला किया। और 401 मैंबर पहली बार 1947 तो बाद हिंदुस्तान के अंदर कांग्रेस नूं पार्लीमेंट के अंदर मिले। ये इस गल का सबूत सी कि हिंदू बहु गिणती जिहड़ी सी वो जानबुझ के इहदे विच सिखां नूं कतल करके खुशियां महसूस कर रही सी। और तीसरी वड्डी गल देखो, 3 साल के अंदर अंदर इंदिरा गांधी के कतल तो बाद सैशन कोर्ट के अंदर, हाई कोर्ट के अंदर, सुप्रीम कोर्ट के अंदर 3 साल के दरम्यान एक केस चलिया इंदिरा गांधी नूं कतल करन दा, ते 3 सालों के दरम्यान गवाह भुगताए गए, बहस की गई। सैशन कोर्ट, हाई कोर्ट ते सुप्रीम कोर्ट के 3 सालों के दरम्यान इन्हां भाई सतवंत सिंह ते भाई केर सिंह नूं फांसी दे दी गई। पर दूसरे पासे 13 महीने लगातार इंदिरा गांधी के कतल तो बाद 13 महीने लगातार जेड़ा सब तो वध घिनौना मतलब अपना एरिया सी दिल्ली का लोकपुरी का, जिससे सब तो वध कतलेआम होया, ओदी 13 महीने की दिल्ली की पुलिस ने वो रिपोर्ट जिहड़ी सी कोर्ट नूं सौंपण का यतन नहीं किया। 13 महीने लगातार एक पासे 3 साल के दरम्यान 2 सिंघां के खिलाफ मुकदमा सैशन कोर्ट, हाई कोर्ट ते सुप्रीम कोर्ट तक भुगता के फांसी दे दी गई। पर त्रिलोकपुरी के थानेदार ने 13 महीने लगातार कोर्ट दे विच अपना जिहड़ा रिपोर्ट सी वो नहीं सी पेश की। और नतीजा ये निकलिया कि 1985 तो लैके 1995 तक 10 साल लगातार जिन्हां दे खिलाफ रिपोर्ट सी, जिहड़े दोषी मतलब गर्दाने गए वो अदालत च जांदे सी
ਪੇਸ਼ੀ ਲੈ ਕੇ ਮੁੜ ਆਉਂਦੇ ਸੀ। ਲਗਾਤਾਰ 10 ਸਾਲ ਉਹਨਾਂ ਦੇ ਖਿਲਾਫ ਮੁਕੱਦਮਾ ਹੀ ਨਹੀਂ ਚੱਲਿਆ ਲਗਾਤਾਰ, ਤੇ ਉਹਨਾਂ ਨੇ ਕੋਰਟ 'ਚ ਜਾਣਾ, ਪੇਸ਼ੀ ਲੈ ਕੇ ਮੁੜ ਆਉਣਾ। ਇਸ ਤੋਂ ਵੱਧ ਜਿਹੜਾ ਮਤਲਬ ਕਲੰਕ ਇਸ ਹਿੰਦੁਸਤਾਨ ਦੇ ਮੱਥੇ ਤੇ ਡੈਮੋਕ੍ਰੇਟਿਕ ਆਪ ਦਾ ਦਾਅਵਾ ਕਰਨ ਵਾਲੇ ਮੁਲਕ ਦੇ ਉੱਤੇ ਇਸ ਤੋਂ ਵੱਡਾ ਹੋਰ ਕੀ ਲੱਗ ਸਕਦਾ ਜੀ। ਤੇ ਫਿਰ ਉਸ ਤੋਂ ਬਾਅਦ ਕਿਹਾ ਗਿਆ ਜੀ ਅਸੀਂ ਜਿਹੜੇ ਲੋਕ, ਚਲੋ ਇੱਕ ਪਾਸੇ ਤਾਂ ਸੰਤ ਜਰਨੈਲ ਸਿੰਘ ਸੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸੀ, ਸ਼੍ਰੋਮਣੀ ਅਕਾਲੀ ਦਲ ਸੀ ਜਿਨ੍ਹਾਂ ਨੇ ਧਰਮ ਯੁੱਧ ਮੋਰਚਾ ਲਾਇਆ, ਜਾਂ ਹੋਰ ਜਥੇਬੰਦੀਆਂ, ਖੰਡ ਕੀਰਤਨੀ ਜਥਾ ਸੀ, ਦਮਦਮੀ ਟਕਸਾਲ ਸੀ। ਪਰ ਜਿਹੜੇ ਲੋਕ ਕਾਂਗਰਸ ਦੇ ਵਿੱਚ ਹੁੰਦਿਆਂ ਹੋਇਆਂ ਸੰਤ ਜਰਨੈਲ ਸਿੰਘ ਦਾ ਵਿਰੋਧ ਕਰਦੇ ਸੀ, ਅਕਾਲੀ ਦਲ ਦਾ ਵਿਰੋਧ ਕਰਦੇ ਸੀ, ਕਾਂਗਰਸ ਦੀ ਹਮਾਇਤ ਕਰਦੇ ਸੀ, ਸਰਦਾਰ ਖੁਸ਼ਵੰਤ ਸਿੰਘ ਵਰਗੇ ਬੰਦੇ, ਉਸ ਵਿਅਕਤੀ ਨੇ ਸਭ ਤੋਂ ਵੱਧ ਸੰਤ ਜਰਨੈਲ ਸਿੰਘ ਦਾ ਵਿਰੋਧ ਕੀਤਾ, ਕਾਂਗਰਸ ਦੀ ਹਮਾਇਤ ਕੀਤੀ। ਇੰਦਰਾ ਗਾਂਧੀ ਦੇ ਪਰਿਵਾਰ ਦੇ ਸਭ ਤੋਂ ਨੇੜੇ ਸੀ। ਪਰ 1984 ਦੇ ਵਿੱਚ ਉਹਨੇ ਆਪਣੇ ਘਰ ਤੋਂ ਆਪਣੇ ਨਾਂ ਦੀ ਪਲੇਟ ਲਾ ਕੇ ਸਵੀਡਨ ਦੀ ਐਮਬੈਸੀ ਦੇ ਵਿੱਚ ਲਗਾਤਾਰ ਉਹ 3 ਦਿਨ ਸਵੀਡਨ ਦੀ ਐਮਬੈਸੀ ਦੇ ਵਿੱਚ ਲਗਾਤਾਰ ਉਹਨੇ ਰਹਿ ਕੇ ਆਪਣੇ ਦਿਨ ਕਟੀ ਕੀਤੀ। ਫਿਰ ਦੇਸ਼ ਦਾ ਅੱਜ ਪਿਛਲੇ ਸਮੇਂ ਦਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦਾ ਜਵਾਈ ਜਿਹੜਾ ਸੀ ਵਿਜੇ, ਉਹਦੇ ਘਰ ਤੇ ਜਦੋਂ ਮਨਮੋਹਨ ਸਿੰਘ ਦੇ ਹਮਲਾ ਹੋਇਆ, ਉਹਦਾ ਜਵਾਈ ਬਾਹਰ ਆਇਆ, ਉਹਨੇ ਆ ਕੇ ਕਿਹਾ ਵੀ ਇਹ ਮੇਰਾ ਘਰ ਹੈ, ਮਨਮੋਹਨ ਸਿੰਘ ਦਾ ਘਰ ਨਹੀਂ ਹੈ। ਤਾਂ ਜਾ ਕੇ ਮਨਮੋਹਨ ਸਿੰਘ ਬਚਿਆ। ਪਰ ਮਨਮੋਹਨ ਸਿੰਘ ਦੀ ਘਰਵਾਲੀ ਜਿਹੜੀ ਸੀ, ਉਹਦੀ ਘਰਵਾਲੀ ਦੇ ਭਰਾ ਨੂੰ ਕਾਂਗਰਸੀਆਂ ਨੇ ਗੋਲੀ ਮਾਰ ਕੇ ਕਤਲ ਕੀਤਾ। ਉਸ ਸਮੇਂ ਜਿਹੜੇ ਲੋਕ ਕਾਂਗਰਸ ਦੇ ਸਭ ਤੋਂ ਵੱਧ ਨੇੜੇ ਸਿੱਖ ਸੀ, ਉਹ ਸਿੱਖਾਂ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ। ਇਹਦਾ ਮਤਲਬ ਸਪਸ਼ਟ ਹੈ ਕਿ ਉਹਨਾਂ ਦੇ ਸਾਹਮਣੇ ਕੇਵਲ ਤੇ ਕੇਵਲ ਸਿੱਖ ਸੀਗਾ, ਤੇ ਸਿੱਖ ਦੀ ਨਸਲਕੁਸ਼ੀ ਕਰਨੀ ਸੀ, ਸਿੱਖ ਨੂੰ ਸਬਕ ਸਿਖਾਉਣ ਦਾ ਯਤਨ ਕਰਨਾ ਸੀ। ਇਸ ਕਰਕੇ ਇਹ ਸਾਰਾ ਕਾਰਾ ਜਿਹੜਾ ਸੀ, ਇਹ ਹਿੰਦੁਸਤਾਨ ਦੀ ਹਿੰਦੂ ਬਹੁ ਗਿਣਤੀ ਨੇ 84 ਦੇ ਵਿੱਚ ਵਰਤਾਰਾ ਕੀਤਾ। ਫਿਰ ਉਸ ਤੋਂ ਵੱਡੀ ਗੱਲ, ਫਿਰ ਇੱਕ ਪੜਤਾਲ ਦੇਸ਼ ਦੇ ਅੰਦਰ ਰੌਲਾ ਪਿਆ 10-15 ਸਾਲ ਬਾਅਦ, ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਫਿਰ ਪੜਤਾਲ ਸ਼ੁਰੂ ਹੋਈ, ਇੱਕ ਕਮਿਸ਼ਨ ਬਣਿਆ ਵੇਦ ਮਰਵਾਹਾ ਦੀ ਅਗਵਾਈ ਦੇ ਵਿੱਚ, ਜਿਹੜਾ ਦਿੱਲੀ ਦਾ ਪੁਲਿਸ ਕਮਿਸ਼ਨਰ ਸੀ। ਉਹਨੇ ਆਪਣੀ ਗੱਲ ਸ਼ੁਰੂ ਕਰੀ, ਤੇ ਗੱਲ ਸ਼ੁਰੂ ਕਰਦਿਆਂ ਹਲੇ ਥੋੜੇ ਦਿਨ ਹੋਏ ਸੀ, ਉਹ ਕਮਿਸ਼ਨ ਰੱਦ ਕਰ ਦਿੱਤਾ ਗਿਆ, ਦੂਜੀ ਕਮਿਸ਼ਨ ਬਿਠਾ ਦਿੱਤਾ ਗਿਆ, ਮਿਸ਼ਰਾ ਕਮਿਸ਼ਨ। ਉਹਨੇ ਪੜਤਾਲ ਆਰੰਭੀ, ਥੋੜੇ ਦਿਨ ਲੱਗੇ, ਤੇ ਫਰਵਰੀ 1987 ਦੇ ਵਿੱਚ ਉਹ ਕਮੇਟੀ ਰੱਦ ਕਰ ਕਮਿਸ਼ਨ ਤੋੜ ਦਿੱਤਾ ਗਿਆ। ਫਿਰ ਨਵੀਂ ਕਮੇਟੀ ਬਣਾ ਦਿੱਤੀ ਗਈ, ਕਪੂਰ ਮਿੱਤਲ ਕਮੇਟੀ। ਕਪੂਰ ਮਿੱਤਲ ਕਮੇਟੀ ਨੇ ਆਪਣਾ ਇਹਦੇ ਉੱਤੇ ਵਰਕ ਕਰਨਾ ਸ਼ੁਰੂ ਕੀਤਾ। ਥੋੜੇ ਦਿਨ ਹੋਏ ਤੇ ਉਹ ਕਮੇਟੀ ਤੋੜ ਕੇ ਫਿਰ ਜੈਨ ਬੈਨਰਜੀ ਕਮੇਟੀ ਬਣਾਈ ਗਈ। ਫਿਰ ਜੈਨ ਬੈਨਰਜੀ ਕਮੇਟੀ ਉਹਨੇ ਕੰਮ ਆਰੰਭਿਆ, ਉਹ ਥੋੜੇ ਦਿਨਾਂ ਬਾਅਦ ਉਹ ਤੋੜ ਦਿੱਤੀ ਗਈ। ਫਿਰ ਫੋਟੀ ਰੋਸਾ ਕਮੇਟੀ ਬਣੀ, ਉਹਨਾਂ ਨੇ ਕੰਮ ਆਰੰਭਿਆ, ਤੇ ਕੁਝ ਮਹੀਨਿਆਂ ਬਾਅਦ ਜੈਨ ਅਗਰਵਾਲ ਕਮੇਟੀ ਬਣਾ ਦਿੱਤੀ ਗਈ। ਜਦੋਂ ਉਹ ਕਮੇਟੀ ਕੰਮ ਕਰਨ ਲੱਗੀ, ਫਿਰ ਅਹੂਜਾ ਕਮੇਟੀ ਬਣਾ ਦਿੱਤੀ ਗਈ। ਅਹੂਜਾ ਕਮੇਟੀ ਨੇ ਕੁਝ ਸਮੇਂ ਕੰਮ ਕੀਤਾ, ਉਹ ਤੋੜ ਕੇ ਫਿਰ ਨਾਨਾਵਤੀ ਕਮਿਸ਼ਨ ਬਣਿਆ। ਇਹ ਸਾਰੀਆਂ ਕਮੇਟੀਆਂ ਕਮਿਸ਼ਨਾਂ ਦੇ ਮਤਲਬ ਚੱਕਰ ਦੇ ਵਿੱਚ ਸਿੱਖ ਪੰਥ ਨੂੰ ਅੱਜ ਤੱਕ ਵੀ ਲਗਾਤਾਰ ਇਹ ਇਨਸਾਫ ਨਹੀਂ ਮਿਲ ਸਕਿਆ। ਕੋਈ ਨਹੀਂ ਦੱਸ ਸਕਿਆ ਕਿ ਇਹ ਜਿਹੜੇ ਹਜ਼ਾਰਾਂ ਸਿੱਖ ਗਲਾਂ ਵਿੱਚ ਟਾਇਰ ਪਾ ਕੇ ਫੂਕੇ ਗਏ, ਸਾੜੇ ਗਏ, ਮਾਵਾਂ ਭੈਣਾਂ ਧੀਆਂ ਦੀ ਪੱਤ ਲੁੱਟੀ ਗਈ, ਉਹਨਾਂ ਦਾ ਕਸੂਰ ਤਾਂ ਦੱਸੋ ਯਾਰ ਇਸ ਮੁਲਕ ਦੇ ਅੰਦਰ ਕਿ ਉਹਨਾਂ ਦਾ ਕਸੂਰ ਕੀ ਸੀ, ਕਿਸ ਕਸੂਰ ਬਦਲੇ ਉਹਨਾਂ ਨੂੰ ਸਜ਼ਾ ਦਿੱਤੀ ਗਈ। ਇਹ ਪਾਪ ਹਿੰਦੁਸਤਾਨ ਦੀ ਬਹੁ ਗਿਣਤੀ ਨੇ ਘੱਟ ਗਿਣਤੀ ਕੌਮ ਦੇ ਉੱਤੇ ਕੀਤਾ, ਔਰ ਜਿਹੜੀ ਦੁਨੀਆ ਦੀ ਸਭ ਤੋਂ ਛੋਟੀ ਕੌਮ ਹੈ, ਔਰ ਜਿਹੜੀ ਸਾਰੇ ਸੰਸਾਰ ਦਾ ਸਰਬੱਤ ਦਾ ਭਲਾ ਨੋਚਦੀ ਹੈ, ਉਹਦੇ ਲਈ 2 ਵਕਤ ਅਰਦਾਸ ਕਰਦੀ ਹੈ। ਇਹ ਕਾਲਾ ਕਾਰਨਾਮਾ ਅੱਜ ਦੇ ਦਿਨਾਂ ਦੇ ਵਿੱਚ ਇਸ ਦੇਸ਼ ਦੀ ਧਰਤੀ ਤੇ ਵਾਪਰਿਆ। ਬੜਾ ਨੁਕਸਾਨ ਹੋਇਆ ਸਿੱਖਾਂ ਦੇ ਘਰ ਫੂਕੇ ਗਏ, ਕਿਸੇ ਨੇ ਇਨਸਾਫ ਨਹੀਂ ਦਿੱਤਾ, ਕਿਸੇ ਨੇ ਆਰਥਿਕ ਮਦਦ ਕਰਨ ਦਾ ਯਤਨ ਨਹੀਂ ਕੀਤਾ, ਕੋਈ ਸਰਕਾਰ ਨਹੀਂ ਇਸ ਦੇਸ਼ ਦੀ ਆਈ ਜਿਹੜੀ ਸਿੱਖਾਂ ਦੀ ਬਾਂਹ ਫੜ ਸਕੇ। ਤੇ ਭਾਈ ਸਾਹਿਬ, ਇੱਥੇ ਸਰਕਾਰੀ ਮਸ਼ੀਨਰੀ ਦੀ ਜੇ ਮੈਂ ਗੱਲ ਕਰਾਂ, ਨਿਜ਼ਾਮ ਜਿਹੜਾ ਹੁੰਦਾ ਨੀਵੇਂ ਪੱਧਰ ਤੇ, ਉਹਦੀ ਭੂਮਿਕਾ ਰਹੀ ਹੈ ਇਸ ਟਾਈਮ 'ਚ? ਦੇਖੋ, ਇਸ ਦੇਸ਼ ਦਾ
ਦੀ ਨਿਆਂਪਾਲਿਕਾ, ਇਸ ਦੇਸ਼ ਦਾ ਵਿਧਾਨ ਪਾਲਿਕਾ, ਇਸ ਦੇਸ਼ ਦਾ ਸਾਰਾ ਸਿਸਟਮ ਜਿਹੜਾ ਸੀ ਉਹ ਸਾਰੇ ਦਾ ਸਾਰਾ ਸਿੱਖਾਂ ਦੇ ਵਿਰੋਧ ਵਿੱਚ ਭੁਗਤ ਰਿਹਾ ਸੀ। ਜਿਸ ਦੇਸ਼ ਦੇ ਸਭ ਤੋਂ ਵੱਡੀ ਅਦਾਲਤ ਆ ਸੁਪਰੀਮ ਕੋਰਟ, ਉਹਦਾ ਸਭ ਤੋਂ ਵੱਡਾ ਮੁਖੀ ਆ ਚੀਫ ਜਸਟਿਸ, ਉਹਦੀਆਂ ਅੱਖਾਂ ਦੇ ਸਾਹਮਣੇ ਸਿੱਖਾਂ ਦਾ ਕਤਲੇਆਮ ਹੋ ਰਿਹਾ। ਉੱਥੇ ਦਿੱਲੀ ਦਾ ਹਾਈ ਕੋਰਟ ਬੈਠਾ, ਭਾਰਤ ਦੇ 3 ਫੌਜਾਂ ਦੇ ਜਰਨੈਲ ਉੱਥੇ ਬੈਠੇ ਨੇ, ਦੇਸ਼ ਦਾ ਰਾਸ਼ਟਰਪਤੀ ਬੈਠਾ, ਦੇਸ਼ ਦਾ ਪ੍ਰਾਈਮ ਮਿਨਿਸਟਰ ਇਹ ਗੱਲ ਕਹਿ ਰਿਹਾ ਜਬ ਬੜਾ ਦਰਖਤ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ। ਦਿੱਲੀ ਦਾ ਸਭ ਤੋਂ ਬੜਾ ਪੁਲਿਸ ਕਮਿਸ਼ਨਰ ਉੱਥੇ ਬੈਠਾ, ਦੇਸ਼ ਦੇ ਬਹੁਤ ਵੱਡੇ ਪਾਰਲੀਮੈਂਟ ਦੇ ਮੈਂਬਰ ਜਿਹੜੇ ਨੇ, ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਦਿੱਲੀ ਦੇ ਵਿੱਚ ਬੈਠੇ ਨੇ, ਦੇਸ਼ ਦੀਆਂ ਰਾਜ ਸਭਾ ਦੇ ਸਾਰੇ ਮੈਂਬਰ ਦਿੱਲੀ 'ਚ ਬੈਠੇ ਨੇ, ਦੇਸ਼ ਦੀਆਂ ਘੱਟ ਗਿਣਤੀਆਂ ਕਮਿਸ਼ਨ ਜਿਹੜੇ ਉੱਥੇ ਬੈਠੇ ਨੇ, ਉਹ ਸਾਰੇ ਦੇ ਬਾਵਜੂਦ ਵੀ ਸਿੱਖਾਂ ਦੇ ਕਤਲੇਆਮ ਹੁੰਦਾ ਰਿਹਾ। ਕਿਸੇ ਨੇ ਹਾਂ ਦਾ ਨਾਰਾ ਮਾਰਨ ਦਾ ਯਤਨ ਨਹੀਂ ਕੀਤਾ, ਕਿਸੇ ਨੇ ਇਹਨਾਂ ਨੂੰ ਰੋਕਣ ਲਈ ਮਤਲਬ ਖੁੱਲੇ ਆਮ ਆ ਕੇ ਇਹ ਬਾਜ਼ਾਰ ਦੇ ਵਿੱਚ ਖਲੋ ਕੇ ਇਹ ਕਹਿਣ ਦਾ ਯਤਨ ਨਹੀਂ ਕੀਤਾ ਕਿ ਯਾਰੋ ਇਹ ਦੱਸੋ ਜਿਨ੍ਹਾਂ ਨੂੰ ਫੂਕ ਰਹੇ ਹੋ, ਸਾੜ ਰਹੇ ਹੋ, ਉਹਨਾਂ ਦਾ ਕਸੂਰ ਕੀ ਆ। ਇੱਕ ਸਮਾਂ ਐਸਾ ਸੀ ਕਿ ਇਹ ਦੇਸ਼ ਜਿਹੜਾ 700 ਸਾਲ ਦੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣਾ ਪੂਰਾ ਸਰਬੰਸ ਵਾਰ ਕੇ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੇ ਕੇ, ਆਪਣੇ ਪੁੱਤਰਾਂ ਦੀ ਸ਼ਹਾਦਤ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਾਇਆ। ਇਸ ਮੁਲਕ ਦੀ ਆਜ਼ਾਦੀ ਲਈ ਸਿੱਖਾਂ ਨੇ ਸਭ ਤੋਂ ਵੱਡੀ ਕੁਰਬਾਨੀ ਕੀਤੀ। ਇਸ ਮੁਲਕ ਨੂੰ ਦੀ ਏਕਤਾ ਔਰ ਖੰਡਤਾ ਕਾਇਮ ਰੱਖਣ ਲਈ 3 ਜੰਗਾਂ ਜੇ ਹਿੰਦੁਸਤਾਨ ਦੇ ਵਿੱਚ ਹੋਈਆਂ, 2 ਪਾਕਿਸਤਾਨ ਨਾਲ, 1 ਚੀਨ ਦੇ ਨਾਲ, ਤਾਂ ਸਭ ਤੋਂ ਵੱਡੀ ਸ਼ਹਾਦਤ ਸਿੱਖ ਪੰਥ ਦੀ ਹੋਈ, ਸਿੱਖ ਫੌਜੀਆਂ ਦੀ ਹੋਈ। ਉਹਦੇ ਬਾਵਜੂਦ ਵੀ ਐਡਾ ਧੋਖਾ, ਐਡੀ ਕਿਰਤਘਣਤਾ, ਐਡੀ ਵਿਸ਼ਵਾਸਘਾਤ ਇਸ ਮੁਲਕ ਦੀ ਬਹੁ ਗਿਣਤੀ ਨੇ ਘੱਟ ਗਿਣਤੀ ਕੌਮ ਨਾਲ ਕੀਤਾ ਜੀ। ਤੇ ਭਾਈ ਸਾਹਿਬ ਉਸ ਵੇਲੇ ਦੇ ਜਿਹੜੇ ਹਾਲਾਤ ਬਣੇ ਨੇ ਦਿੱਲੀ ਦੇ ਵਿੱਚ ਖਾਸ ਤੌਰ ਤੇ, ਤੁਸੀਂ ਆਪ ਹੀ ਕਿਹਾ ਕਿ ਮਤਲਬ ਹਾਲਾਤ ਦੇ ਕਾਰਨ ਕਾਫੀ ਹੱਦ ਤੱਕ ਦੱਸੇ, ਪਰ ਮੈਂ ਜੋ ਜਾਣਨਾ ਚਾਹੁੰਦੀ ਹਾਂ ਉਹ ਇਹ ਹੈ ਕਿ ਐਸੇ ਹਾਲਾਤ ਜਿਹੜੇ ਨੇ ਪੈਦਾ ਕੀਤੇ ਗਏ ਨੇ, ਜਿਹੜੇ ਉਹ ਕਿਵੇਂ ਪੈਦਾ ਹੋ ਗਏ ਅਚਾਨਕ ਹੀ? ਕਿਉਂਕਿ ਇੰਦਰਾ ਗਾਂਧੀ ਦੇ ਮੌਤ ਤੋਂ ਬਾਅਦ ਕਾਫੀ ਘੰਟੇ ਤੱਕ ਤਾਂ ਇਹ ਹਾਲਾਤ ਨਹੀਂ ਪੈਦਾ ਹੋਏ ਸੀ, ਤਾਂ ਅਚਾਨਕ ਰਾਜੀਵ ਗਾਂਧੀ ਦੇ ਉੱਥੇ ਪਹੁੰਚਣ ਤੇ ਕਿਵੇਂ ਹਾਲਾਤ ਪੈਦਾ ਹੋ ਗਏ? ਕੀ ਕਾਰਨ ਉਸ ਵੇਲੇ ਰਿਹਾ ਹੋਏਗਾ? ਕੀ ਮੀਟਿੰਗਾਂ ਹੋਈਆਂ ਹੋਣਗੀਆਂ ਇਸ ਦੌਰਾਨ, ਇਸ ਵਕਫੇ ਦੇ ਦਰਮਿਆਨ, ਜਿਹੜਾ ਇਹ ਘਟਨਾਵਾਂ ਬਾਅਦ 'ਚ ਵਾਪਰੀਆਂ? ਜੀ ਭਾਈ ਸਾਹਿਬ। ਦੇਖੋ, ਗੱਲ ਬੜੀ ਸਪਸ਼ਟ ਆ ਕਿ ਮਿਸਿਜ਼ ਇੰਦਰਾ ਗਾਂਧੀ ਨੇ ਇਸ ਮੁਲਕ ਦੇ ਅੰਦਰ ਜਿੰਨੀ ਵਾਰ ਉਹਨੇ ਆਪਣਾ ਰਾਜ ਸਥਾਪਿਤ ਕਰਨ ਦਾ ਯਤਨ ਕੀਤਾ, ਉਹ ਸਾਰੇ ਦਾ ਸਾਰਾ ਰਾਜ ਉਹਨੇ ਝੂਠ ਦੀ ਬੁਨਿਆਦ ਤੇ ਸਥਾਪਿਤ ਕੀਤਾ ਸੀ। ਕਦੇ ਉਹ ਦੇਸ਼ ਦੇ ਅੰਦਰ ਬੇਰੁਜ਼ਗਾਰੀ ਹਟਾਉਣ ਦਾ ਨਾਅਰਾ ਮਾਰਦੀ ਸੀ, ਕਦੇ ਉਹ ਗਰੀਬੀ ਹਟਾਉਣ ਦਾ ਨਾਅਰਾ ਮਾਰਦੀ ਸੀ, ਕਦੇ ਉਹ ਦੇਸ਼ ਦੀ ਏਕਤਾ ਔਰ ਅਖੰਡਤਾ ਦਾ ਨਾਅਰਾ ਮਾਰਦੀ ਰਹੀ, ਤੇ ਕਦੇ ਉਹ ਬਹੁ ਗਿਣਤੀ ਨੂੰ ਇਕੱਠੇ ਕਰਨ ਦਾ ਯਤਨ ਕਰਦੀ ਰਹੀ। ਉਹਨੇ ਬਾਰ-ਬਾਰ ਇਹ ਯਤਨ ਕੀਤੇ ਤੇ ਉਹ ਸਾਰੀਆਂ ਗੱਲਾਂ ਮਿਸਿਜ਼ ਇੰਦਰਾ ਗਾਂਧੀ ਆਪਣੇ ਰਾਜ ਦੇ ਦੌਰਾਨ ਵਰਤ ਚੁੱਕੀ ਸੀ, ਲੇਕਿਨ ਉਹਨਾਂ ਦੇ ਸਾਹਮਣੇ ਹੁਣ ਮੁੜ ਕੇ ਰਾਜ ਸਥਾਪਿਤ ਕਰਨ ਦੀ ਜ਼ਰੂਰਤ ਸੀ, ਤੇ ਮੁੜ ਕੇ ਰਾਜ ਸਥਾਪਿਤ ਕਰਨ ਲਈ ਉਹਨਾਂ ਨੂੰ ਲੱਗਿਆ ਕਿ ਬਹੁ ਗਿਣਤੀ ਨੂੰ ਖੁਸ਼ ਕਰਨਾ ਬਹੁਤ ਜ਼ਰੂਰੀ ਹੈ, ਤੇ ਬਹੁ ਗਿਣਤੀ ਨੂੰ ਖੁਸ਼ ਕਰਨ ਖਾਤਰ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ, ਤੁਸੀਂ ਦੇਖੋ, ਕਦੇ ਦੁਨੀਆ ਦੇ ਵਿੱਚ ਅਜਿਹੀਆਂ ਘਟਨਾਵਾਂ ਵੋਟਾਂ ਦੇ ਦਰਮਿਆਨ ਕਦੇ ਨਹੀਂ ਵਾਪਰਦੀਆਂ ਕਿ ਜੇ ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ ਮਤਲਬ ਕਤਲ ਹੋ ਜਾਵੇ, ਕਤਲ ਹੋਣ ਤੋਂ ਬਾਅਦ ਕਿਸੇ ਪੂਰੀ ਕੌਮ ਨੂੰ ਦੋਸ਼ੀ ਕਦੇ ਵੀ ਨਹੀਂ ਠਹਿਰਾਇਆ ਜਾ ਸਕਦਾ। ਦੁਨੀਆ ਦੇ ਕਿਸੇ ਮੁਲਕ 'ਚ ਨਹੀਂ ਠਹਿਰਾਇਆ ਅੱਜ ਤੱਕ ਕਿਸੇ ਨੇ, ਲੇਕਿਨ 2 ਸਿੱਖ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਦੀ ਤਸਵੀਰ ਲਾ ਕੇ ਮਿਸਿਜ਼ ਇੰਦਰਾ ਗਾਂਧੀ ਨੂੰ ਗੋਲੀਆਂ ਮਾਰਦੇ ਦਿਖਾ ਕੇ ਬਹੁਤ ਵੱਡੇ ਪੋਸਟਰ ਜਿਹੜੇ ਸੀ ਪੂਰੇ ਭਾਰਤ ਦੇ ਅੰਦਰ, ਮਤਲਬ ਕਾਂਗਰਸ ਸਰਕਾਰ ਨੇ ਉਹ ਛਾਪੇ ਔਰ ਵੰਡੇ ਚੋਣਾਂ ਦੇ ਦਰਮਿਆਨ, ਔਰ ਨਾਲ ਦੀ ਨਾਲ ਇਹ ਕਿਹਾ ਗਿਆ ਕਿ ਮਤਲਬ ਇਹਨਾਂ ਜਿਹੜੇ ਦੇਸ਼ ਦੇ ਇਹ ਗਦਾਰ ਨੇ, ਇਹਨਾਂ ਨੂੰ ਸਬਕ ਸਿਖਾਉਣ ਦਾ ਯਤਨ ਕਰਨਾ। ਮੇਨਕਾ ਗਾਂਧੀ ਜਿਹੜੀ ਸੀ ਉਸੇ ਇੰਦਰਾ ਗਾਂਧੀ ਦੀ ਨੂੰਹ ਸੀ, ਲੇਕਿਨ ਮਿਸਿਜ਼ ਮੇਨਕਾ ਗਾਂਧੀ ਦੀ ਜ਼ਮਾਨਤ ਜ਼ਬਤ ਹੋ ਗਈ ਜਿਹੜੀ ਕਿ ਇੰਦਰਾ ਗਾਂਧੀ ਦੀ ਨੂੰਹ ਸੀ, ਲੇਕਿਨ ਇੱਕ ਸਰਦਾਰ ਦੀ ਧੀ ਸੀ। ਇਸ ਕਰਕੇ ਹਿੰਦੂ ਬਹੁ ਗਿਣਤੀ ਨੇ ਇੰਦਰਾ ਗਾਂਧੀ ਦੀ ਨੂੰਹ ਦੇ ਖਿਲਾਫ ਵੀ ਇਸ ਕਰਕੇ ਵੋਟਾਂ ਪਾਈਆਂ ਕਿ ਉਹ ਇੱਕ ਸਿੱਖ ਦੀ ਧੀ ਸੀ। ਇਹ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਘੱਟ ਗਿਣਤੀ ਉੱਤੇ ਜ਼ੁਲਮ ਕਰਨ ਦਾ ਇੱਕ ਸਾਜ਼ਿਸ਼ ਰਚੀ ਗਈ। ਇਹ ਕਾਂਗਰਸ ਨੇ ਜਾਣ-ਬੁੱਝ ਕੇ ਰਚੀ, ਪਲੈਨਿੰਗ ਨਾਲ ਰਚੀ, ਔਰ ਬਕਾਇਦਾ ਜਿੱਥੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਨੇ
ਉਹਨਾਂ ਦੀਆਂ ਸਾਰੀਆਂ ਸਰਕਾਰਾਂ ਦੇ ਉਹਨਾਂ ਦੇ ਰਾਜ ਦੇ ਵਿੱਚ ਇਹ ਭਾਣੇ ਵਾਪਰੇ, ਕਤਲੇਆਮ ਹੋਏ, ਇਹ ਜਾਣ ਬੁੱਝ ਕੇ ਕੀਤਾ ਗਿਆ ਸੀ ਜੀ। ਤੇ ਭਾਈ ਸਾਹਿਬ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ 1 ਕਰੋੜ ਜਿਹੜੇ ਇਹ ਗਿਣਤੀ ਮਿੱਥੀ ਗਈ ਸੀਗੀ ਇੰਦਰਾ ਗਾਂਧੀ ਵੱਲੋਂ ਕਿ ਸਿੱਖਾਂ ਦਾ ਕਤਲੇਆਮ ਕਰਨਾ ਹੈ। ਕਦੋਂ ਕਰਨਾ ਹੈ? ਇਹ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਿਹੜਾ ਸੀਗਾ ਉਸ ਦੇ ਵੀ ਚਰਚੇ ਹੁੰਦੇ ਰਹੇ ਕਿ ਉਸ ਵੇਲੇ ਵੀ ਇਹ ਕਤਲੇਆਮ ਹੋਣਾ ਸੀ। ਜੇ ਇੰਦਰਾ ਗਾਂਧੀ ਨਾ ਵੀ ਮਾਰੀ ਜਾਂਦੀ ਤਾਂ ਵੀ ਇਹ ਕਤਲੇਆਮ ਹੋਣਾ ਸੀ। ਇਸ ਦੇ ਪਿੱਛੇ ਕਿੰਨੀ ਕੁ ਸੱਚਾਈ ਲੱਗਦੀ ਹੈ ਤੇ ਕੀ ਤੁਸੀਂ ਇਸ ਦੇ ਬਾਰੇ ਕੁਝ ਜਾਣਦੇ ਹੋ? ਇੱਥੇ ਮੈਂ ਸਰੋਤੇ ਜਿਹੜੇ ਜੁੜੇ ਹੋਏ ਨੇ ਉਹਨਾਂ ਤੋਂ ਮਾਫੀ ਚਾਹਾਂਗੀ, ਅਸੀਂ ਥੋੜੀ ਦੇਰ 'ਚ ਹੀ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਕਰਨੈਲ ਸਿੰਘ ਜੀ। ਦੇਖੋ, ਗੱਲ ਬੜੀ ਸਿੱਧੀ ਹੈ ਬਈ, ਭਾਵੇਂ ਅੱਜ ਸਾਡੇ ਅੰਦਰ ਸ਼ੰਕਾ ਹੈ, ਪਰ ਜਦੋਂ ਸਾਡਾ ਸ਼ੰਕਾ ਉਸ ਸਮੇਂ ਮਤਲਬ ਸੱਚ ਦੇ ਕਿਤੇ ਨਾ ਕਿਤੇ ਨੇੜੇ ਚਲਾ ਜਾਂਦਾ ਹੈ। ਜਦੋਂ 3 ਤਰੀਕ ਨੂੰ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ, ਉਹ ਦਿਨ ਮਿਥਿਆ ਗਿਆ, ਉਸ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਉੱਤੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਗਈ ਜਿਹੜੀ ਨਿਹੱਥੀ ਸਿੱਖ ਸੰਗਤ ਸੀ, ਉਹਦਾ ਕੀ ਕਸੂਰ ਸੀ ਜਦੋਂ ਉਹਨਾਂ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ ਔਰ ਕਰਫਿਊ ਲਾ ਕੇ ਉਹਨਾਂ ਨੂੰ ਘੇਰਿਆ ਗਿਆ ਤਾਂ ਕਿ ਉਹ ਅੰਦਰੋਂ ਨਾ ਨਿਕਲ ਸਕਣ। ਇਹਦਾ ਮਤਲਬ ਸਪਸ਼ਟ ਹੈ ਕਿ ਇੰਦਰਾ ਗਾਂਧੀ ਸਿੱਖਾਂ ਨੂੰ ਬਹੁ ਗਿਣਤੀ ਵਿੱਚ ਮਤਲਬ ਇਕੱਠੇ ਕਰਕੇ ਮਾਰਨ ਦੇ ਰੌ ਦੇ ਵਿੱਚ ਸੀ। ਉਹਨੇ ਆਪਣੀ ਇੱਕ ਪਲੈਨਿੰਗ ਉੱਥੇ ਘੜੀ, ਉਹਦੇ ਵਿੱਚ ਉਹ ਸਫਲ ਹੋਈ। ਉਹਨੇ ਮਤਲਬ ਸਿੱਖਾਂ ਦਾ ਕਤਲੇਆਮ ਕੀਤਾ। ਭਾਵੇਂ ਅਣਖੀ ਸਿੱਖਾਂ ਨੇ, ਉਹਨਾਂ ਨੂੰ ਪਤਾ ਸੀ ਕਿ ਇਸ ਦੇਸ਼ ਦੀ ਅਦਾਲਤ ਨੇ, ਇਸ ਦੇਸ਼ ਦੇ ਕਾਨੂੰਨ ਨੇ, ਇਸ ਦੇਸ਼ ਦੇ ਸੰਵਿਧਾਨ ਨੇ ਸਾਨੂੰ ਇਨਸਾਫ ਨਹੀਂ ਦੇਣਾ। ਉਹਨਾਂ ਨੇ ਆਪਣਾ ਇਨਸਾਫ ਆਪਣੀ ਗੋਲੀ ਨਾਲ ਲੈਣ ਦਾ ਯਤਨ ਕੀਤਾ। ਇਹ ਵੱਖਰਾ ਇਸ਼ੂ ਹੈ, ਪਰ ਇਹ ਕਿਤੇ ਨਾ ਕਿਤੇ ਸੱਚ ਜ਼ਰੂਰ ਨਜ਼ਰ ਆਉਂਦਾ ਕਿ ਇੰਦਰਾ ਗਾਂਧੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕਰ ਦੇਣਾ ਚਾਹੁੰਦੀ ਸੀ ਤਾਂ ਕਿ ਸਿੱਖ ਸਦਾ ਲਈ ਨਿਹੱਥੇ, ਬੇਸਹਾਰਾ ਤੇ ਨਿਰਬਲ ਹੋ ਕੇ ਗੁਲਾਮ ਬਣ ਕੇ ਹਿੰਦੁਸਤਾਨ ਦੇ ਬਹੁ ਗਿਣਤੀ ਦੇ ਉਹ ਇਸ ਦੇਸ਼ ਵਿੱਚ ਰਹਿਣ। ਇਹ ਸਾਜ਼ਿਸ਼ ਜ਼ਰੂਰ ਕਿਤੇ ਨਾ ਕਿਤੇ ਸ਼ੰਕੇ ਪ੍ਰਗਟ ਜਿਹੜੀ ਸਿੱਖ ਲੋਕ ਕਰਦੇ ਨੇ ਉਹਦੇ ਵਿੱਚ ਸਚਾਈ ਕਿਤੇ ਨਾ ਕਿਤੇ ਨਜ਼ਰ ਜ਼ਰੂਰ ਪੈਂਦੀ ਹੈ ਜੀ। ਸੋ ਭਾਈ ਸਾਹਿਬ, ਅਗਲਾ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਜਿਹੜੇ ਸਰੋਤੇ ਸਾਡੇ ਨਾਲ ਜੁੜੇ ਸੀ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਉਹ 5 ਮਿੰਟ ਤੋਂ ਬਾਅਦ ਜੋ ਕੋਈ ਵੀ ਸਰੋਤੇ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਉਹ 5 ਮਿੰਟ ਤੋਂ ਬਾਅਦ ਸਾਨੂੰ ਕਾਲ ਕਰ ਸਕਦੇ ਆ ਜੀ। ਕਰਨੈਲ ਸਿੰਘ ਜੀ, ਇਹ ਜਵਾਬ ਦਿਓ ਪਹਿਲਾਂ ਤਾਂ ਕਿ ਇਹ ਘਟਨਾਵਾਂ ਜਿਹੜੀਆਂ ਵਾਪਰੀਆਂ ਕਿ ਕੀ ਇਹਨੂੰ ਸਿੱਖ ਲੀਡਰਸ਼ਿਪ ਵੱਲੋਂ ਰੋਕਿਆ ਨਹੀਂ ਸੀ ਜਾ ਸਕਦਾ ਉਸ ਵੇਲੇ? ਦੇਖੋ, ਸਿੱਖ ਲੀਡਰਸ਼ਿਪ ਜਿਹੜੀ ਸੀ ਉਹ ਕਿਹੜੀ ਸਿੱਖ ਲੀਡਰਸ਼ਿਪ ਸੀ? ਜਿੱਥੋਂ ਤੱਕ ਤਾਂ ਸੰਤ ਜਰਨੈਲ ਸਿੰਘ ਸਿੱਖ ਪੰਥ ਦਾ ਜਿਹੜੀ ਨੌਜਵਾਨ ਪੀੜ੍ਹੀ ਦਾ ਆਗੂ ਸੀ ਉਹ ਸ਼ਹੀਦ ਕਰ ਦਿੱਤਾ ਮਤਲਬ 1984 ਦੇ ਵਿੱਚ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੌਜਵਾਨਾਂ ਦੀ, ਸਿੱਖ ਨੌਜਵਾਨਾਂ ਦੀ ਅਗਵਾਈ ਕਰਨ ਵਾਲੀ ਜਥੇਬੰਦੀ, ਉਹਦੇ ਸਾਰੇ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ। ਅਕਾਲੀ ਦਲ ਦੀ ਲੀਡਰਸ਼ਿਪ ਉਹ ਜੇਲ੍ਹ ਵਿੱਚ ਬੰਦ ਕਰ ਦਿੱਤੀ ਗਈ। ਜਿਹੜੀ ਦੇਸ਼ ਭਗਤ ਪਾਰਟੀ ਕਾਂਗਰਸ ਦੀ ਸਿੱਖ ਲੀਡਰਸ਼ਿਪ ਸੀ ਉਹਦੀ ਦਸ਼ਾ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਜਰਨਲ ਜਗਜੀਤ ਸਿੰਘ ਅਰੋੜੇ ਵਰਗੇ ਬੰਦੇ ਜਿਹੜੇ ਸਨ ਉਹ ਵੀ ਆਪਣੇ ਆਪ ਨੂੰ ਨਿਹੱਥੇ ਤੇ ਬੇਸਹਾਰਾ ਸਮਝ ਰਹੇ ਸਨ। ਉਹਨਾਂ ਦਾ ਵੀ ਅਪਮਾਨ ਦਿੱਲੀ ਦੇ ਧਰਤੀ ਤੇ ਹੋਇਆ ਔਰ ਦੇਸ਼ ਦੇ ਜਿਹੜੇ ਫੌਜੀ ਜਰਨੈਲ ਸਨ, ਸਿੱਖ ਫੌਜੀ, ਉਹਨਾਂ ਨਾਲ ਵੀ ਰੇਲ ਟ੍ਰੇਨਾਂ ਦੇ ਵਿੱਚ ਥਾਂ ਤੇ ਉਹਨਾਂ ਦਾ ਵੀ ਅਪਮਾਨ ਹੋਇਆ ਔਰ ਬਹੁਤ ਥਾਵਾਂ ਤੇ ਸੁਣਿਆ ਗਿਆ ਕਿ ਸਿੱਖ ਫੌਜੀ ਜਿਹੜੇ ਨੇ ਉਹਨਾਂ ਦਾ ਵੀ ਕਤਲੇਆਮ 1 ਨਵੰਬਰ ਦੇ ਦਿਨਾਂ ਵਿੱਚ, ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ ਵੀ ਕਤਲੇਆਮ ਕੀਤਾ ਗਿਆ। ਦੇਸ਼ ਦਾ ਰਾਸ਼ਟਰਪਤੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਸੀ, ਗਿਆਨੀ ਜੈਲ ਸਿੰਘ, ਜਿਹੜਾ ਕਿ ਇੰਦਰਾ ਗਾਂਧੀ ਦੇ ਨੱਕ ਦਾ ਵਾਲ ਸੀ ਔਰ ਜਿਹਨੇ ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਤੇ ਇਸ ਮੁਲਕ ਦਾ ਜਿਹੜਾ ਗ੍ਰਹਿ ਮੰਤਰੀ ਸੀ ਬੂਟਾ ਸਿੰਘ, ਉਹਨੇ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਿਆ ਤੇ ਦਰਬਾਰਾ ਸਿੰਘ ਵਰਗੇ ਬੰਦੇ ਆਪਣੇ ਆਪ ਨੂੰ ਨਿਹੱਥੇ ਸਮਝਦੇ ਸੀ। ਤੇ ਮੈਂ ਸਮਝਦਾ ਵੀ ਇੱਕ ਲੀਡਰਸ਼ਿਪ ਉਹ ਸੀ ਜਿਹੜੀ ਸਿੱਖਾਂ ਦੀ ਸੀ, ਪੰਥ ਦੀ ਸੀ। ਇੱਕ ਉਹ ਸੀ ਜਿਹੜੀ ਸਿੱਖਾਂ ਦੀ ਸੀ, ਕਾਂਗਰਸ ਦੇ ਨੇੜੇ ਸੀ, ਉਹ ਵੀ ਆਪਣੇ ਆਪ ਨੂੰ ਨਿਹੱਥੇ ਤੇ ਨਿਰਬਲ ਤੇ ਕਮਜ਼ੋਰ ਸਮਝਦੀ ਸੀ, ਬੇਬਸ ਤੇ ਲਾਚਾਰ ਸਮਝਦੀ ਸੀ। ਤੇ ਇਹਨਾਂ ਹਾਲਾਤਾਂ ਵਿੱਚ ਮੈਂ ਸਮਝਦਾ ਵੀ ਕੋਈ ਸਿੱਖ ਲੀਡਰ ਜਿਹੜਾ ਸੀ ਉਹਦੇ ਉੱਤੇ ਭਰੋਸਾ ਹੀ ਨਹੀਂ ਸੀ ਹਿੰਦੁਸਤਾਨ ਦੀ ਬਹੁ ਗਿਣਤੀ ਨੂੰ। ਉਹਨਾਂ ਦੇ ਮਨ ਵਿੱਚ ਕੇਵਲ ਤੇ ਕੇਵਲ ਇਹ ਸੀ ਕਿ ਸਿੱਖ ਭਾਵੇਂ ਕਾਂਗਰਸੀ ਹੋਵੇ, ਸਿੱਖ ਭਾਵੇਂ ਅਕਾਲੀ ਹੋਵੇ, ਸਿੱਖ ਨੂੰ ਕੁੱਟ ਕੇ ਜੇ ਵੋਟ ਮਿਲਦੀ ਹੈ, ਸਿੱਖ ਦਾ ਕਤਲ ਕਰਕੇ, ਸਿੱਖ ਨੂੰ ਸਾੜ ਕੇ ਫੂਕ ਕੇ ਜੇ ਵੋਟ ਮਿਲਦੀ ਹੈ ਤਾਂ ਵੋਟ ਇਕੱਠੀ ਕਰਨ ਦਾ ਯਤਨ ਕਰਨਾ ਚਾਹੀਦਾ। ਇਹ ਸਾਜ਼ਿਸ਼ ਸੀ, ਇਹ ਤਰੀਕਾ ਸੀ, ਇਹ ਅਪਣਾਇਆ ਗਿਆ। ਬਾਕੀ ਦੂਸਰਾ ਕੋਈ ਮਾਪਦੰਡ ਨਹੀਂ ਸੀ ਕਿਸੇ ਕਿਸਮ ਦਾ ਵੀ। ਸੋ ਭਾਈ ਸਾਹਿਬ, ਇੱਥੇ ਸਰੋਤੇ ਜੁੜੇ ਨੇ ਜੀ ਆਪਣੇ ਨਾਲ, ਆਪਾਂ ਗੱਲ ਕਰ ਲੈਂਦੇ ਹਾਂ ਉਹਨਾਂ ਨਾਲ।
4233 नंबर है जी, गल कर सकते हो जी तुसी। स्वागत है जी तुहाडा बहुत बहुत। हाँ जी, वाहिगुरु जी का खालसा वाहिगुरु जी की फतेह जी। आज जी भाई साहब की कहना गल कर चाहोगे? रहे ने गल मतलब ठीक कर रहे ने। बाकी ये जो बार बार कहते ने मिसिज इंदिरा या बहु गिणती हिंदू, ये असी होर जेडे साडे मतलब हिंदू भरा ने उन्होंने ਨੂੰ भी ਅਸੀਂ दुश्मन बना रहे ने। दुश्मन साडा ध्यान देने वाली गल है, ਜਿਹੜਾ दुश्मन है ਉਹਨੂੰ ਫੜੋ ਤੁਸੀਂ। ਜਿਹੜਾ ਘੱਟ ਗਿਣਤੀ ਬ੍ਰਾਹਮਣ ਹੈ ਦੁਸ਼ਮਣ ਉਹ ਹੈ ਸਾਡਾ। ਬਾਕੀ ਹਿੰਦੂ ਜਿਹੜੇ ਭਰਾ ਨੇ ਉਹ ਤੇ ਹਿੰਦੂ ਦਾ ਉਹਨਾਂ ਦੇ ਉੱਤੇ ਉਹਨਾਂ ਨੇ ਇਹ ਵੀ ਚੋਲਾ ਪਾਇਆ ਵੀ ਹਿੰਦੂ ਨੇ, ਉਹਨਾਂ ਦੇ ਪਿੱਛੇ ਹੋ ਕੇ ਵਾਰ ਕਰਦੇ ਸਾਡੇ ਉੱਤੇ ਉਹ। ਤੇ ਬਾਰ-ਬਾਰ ਜੇ ਮਿਸਿਜ ਇੰਦਰਾ ਨਹੀਂ, ਉਹ ਸਾਡੇ ਲਈ ਡਾਇਨ ਇੰਦਰਾ ਹੈ। ਉਹਨੇ ਸਾਡੀ ਕੌਮ ਦਾ ਖੂਨ ਪੀਤਾ, ਉਹਨੇ ਸਾਡੀ ਕੌਮ ਦਾ ਕਾਂਡ ਕੀਤਾ। ਉਹ ਡਾਇਨ ਹੈ ਨਾ ਕਿ ਮਿਸਿਜ ਤੁਸੀਂ ਉਹਨਾਂ ਦਾ ਸਤਿਕਾਰ ਦੇ ਰਹੇ ਹੋ, ਇੰਨੇ ਸਤਿਕਾਰ ਦੇ ਲਾਇਕ ਨਹੀਂ ਹੈ ਉਹ। ਤੇ ਬਾਕੀ ਇਹ ਜੇ ਹਮਲੇ ਹੈ ਨਾ ਇਹ ਰੋਜ਼ ਹੀ ਹੁੰਦੇ। ਬਾਕੀ ਹਮਲੇ ਦੀ ਤਿਆਰੀ ਰੋਜ਼ ਕਰਨੀ ਪੈਂਦੀ। ਜਿਹੜਾ ਹੈ ਨਾ ਜਦ ਤੱਕ ਤੁਸੀਂ ਨਵੰਬਰ ਨੂੰ ਯਾਦ ਰੱਖੋਗੇ ਉਦੋਂ ਤੱਕ ਤੁਸੀਂ ਬਚੇ ਰਹੋਗੇ। ਜਿਸ ਦਿਨ ਵੀ ਤੁਸੀਂ ਭੁੱਲ ਜਾਓਗੇ ਜਾਂ ਸਿੱਖ ਕੌਮ ਭੁੱਲ ਜਾਓਗੇ ਇਹਨੂੰ, ਉਸ ਦਿਨ ਦੁਬਾਰਾ ਨਵੰਬਰ ਕਾਂਡ ਵਰਤੇਗਾ। ਇਹ ਅਸੀਂ 100% ਗਾਰੰਟੀ ਨਾਲ ਕਹਿ ਸਕਦੇ ਹਾਂ। ਦੂਜੀ ਗੱਲ, ਉਹ ਬੜੇ ਬੜੇ ਬੰਦੇ ਕਹਿੰਦੇ ਨੇ ਕਿ ਜਿਹੜੇ ਸਾਡੇ ਨਾਲ ਮਤਲਬ ਜੋ ਹੁੰਦਾ ਨਾ ਇਤਿਹਾਸਕ ਜੋ ਘਟਨਾ ਹੋ ਚੁੱਕੀਆਂ ਨੇ ਉਹਨਾਂ ਨੂੰ ਚੇਤਾਵਨੀ ਮੰਨ ਕੇ ਅੱਗੇ ਸਾਵਧਾਨ ਰਹੋ। ਇਹ ਹੋ ਸਕਦੀਆਂ ਨੇ ਤੇ 100% ਹੋਣਗੀਆਂ ਜਦੋਂ ਤੱਕ ਬ੍ਰਾਹਮਣ ਦੇ ਹੱਥ ਵਿੱਚ ਰਾਜ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਥੈਂਕ ਯੂ जी। वाहिगुरु जी का खालसा वाहिगुरु जी की फतेह। भाई साहब जी पंजौली साहब की कहना चाहोगे जी? देखो, एक बड़ी गल स्पष्ट है कि उस समय किसी ने नहीं ये सोचा कि एक पासे ब्राह्मण सी दूजे पासे सिख सी। ये गल कदाचित नहीं सी। 401 सीटां हिंदुस्तान के 542 के हाउस विचों मिलियां ते ओह सारे दी सारी हिंदू बहु गिणती ने इकट्ठे होके सिखां दे कतलेआम के खिलाफ खुशी के प्रगटावे वजों जिहड़ियां सी ओह वोटां पाईयां सी। ते ओह इस गल दा प्रतੱਖ सबूत है कि बहु गिणती जिहड़ी सी साडे खिलाफ एक मुठे एक प्लेटफार्म ते इकट्ठी होई सी। दूसरी गल, इन्हां दी इस गल दी मैं तईद करदा कि सिख पंथ नूं ਇਹ ਘਟਨਾਵਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਔਰ ਇਹਨਾਂ ਦੀ ਰੋਸ਼ਨੀ ਵਿੱਚ ਆਉਣ ਵਾਲੀ ਕੱਲ ਸਾਡੇ ਉੱਤੇ ਇਸ ਕਿਸਮ ਦਾ ਮੁੜ ਕੇ ਇਹ ਅਤਿਆਚਾਰ ਨਾ ਹੋਵੇ, ਉਹਦੇ ਲਈ ਸਾਨੂੰ ਚੇਤੰਨ ਰਹਿਣਾ ਚਾਹੀਦਾ। ਔਰ ਸਾਡੀ ਏਕਤਾ ਜਿਹੜੀ ਹੈ ਪ੍ਰਬਲ ਹੋਣੀ ਚਾਹੀਦੀ ਹੈ, ਮਜ਼ਬੂਤ ਹੋਣੀ ਚਾਹੀਦੀ ਹੈ। ਸਾਡੇ ਸਿਧਾਂਤ, ਸਾਡੀਆਂ ਪਰੰਪਰਾਵਾਂ, ਉਹਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਇਸ ਗੱਲ ਦੀ ਮੈਂ ਇਹਨਾਂ ਦੀ ਪ੍ਰੋੜਤਾ ਕਰਦਾ ਜੀ। ਸੋ ਇਸ ਤੋਂ ਇਲਾਵਾ ਭਾਈ ਸਾਹਿਬ ਸਾਡੇ ਨਾਲ ਇੱਕ ਹੋਰ ਸਰੋਤੇ ਬੜੇ ਦੇਰ ਪਹਿਲਾਂ ਜੁੜੇ ਸੀ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਸੀ ਬਾਅਦ 'ਚ ਕਾਲ ਕਰਨ ਦੀ। ਉਹਨਾਂ ਨੇ ਕਾਲ ਕੀਤੀ ਹੈ ਜੀ। 1984 ਨੰਬਰ ਹੈ ਜੀ, ਗੱਲ ਕਰ ਸਕਦੇ ਹੋ ਜੀ ਤੁਸੀਂ। ਸਵਾਗਤ ਹੈ ਤੁਹਾਡਾ ਭਾਈ ਸਾਹਿਬ। 1984 ਨੰਬਰ ਜੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੱਲਾਂ ਬੜੀਆਂ ਲੰਬੀਆਂ ਚੌੜੀਆਂ ਤੇ ਮੈਂ ਤਾਂ ਅੱਜ ਇੱਕ ਪਾਸਿਓਂ ਵੱਖਰੇ ਪਾਸਿਓਂ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆ। ਗੱਲ ਏਦਾਂ ਹੈ ਕਿ ਮੈਂ ਵੀ ਜਿੰਨਾ ਟਾਈਮ ਮਿਲਦਾ ਪੜ੍ਹੀਦਾ ਤੇ ਆਪਾਂ ਆਮ ਗੱਲ ਕਰਦੇ ਆ। ਤੁਸੀਂ ਵੀ ਕੁਐਸਚਨ ਕੀਤਾ ਵੀਰ ਨੂੰ ਤੇ ਉਹਨਾਂ ਆਨਸਰ ਦਿੱਤਾ ਹੈ ਕਿ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਿੱਦਾਂ ਦੀ ਸੀ, ਉਹ ਕੀ ਕਰਦੀ ਸੀ। ਹੁਣ 1984 ਤੋਂ ਲੈ ਕੇ ਅੱਜ ਆ ਗਈ 2016 ਤੇ 2017 ਚੜ੍ਹਨ ਵਾਲਾ ਤੇ ਇਲੈਕਸ਼ਨ ਆਉਣ ਵਾਲੇ ਆ। ਜਿਹੜੀ ਸਿੱਖ ਲੀਡਰਸ਼ਿਪ ਆ, ਜਿਹਨੂੰ ਸਿੱਖੀ ਨਾਲ ਪਿਆਰ ਆ, ਉਹਨਾਂ ਕੋਲ ਤਾਂ ਪਾਵਰ ਆਉਂਦੀ ਨਹੀਂ। ਜੇ 84 ਦੇ ਵਿੱਚ ਕਾਂਗਰਸ ਨੇ ਸਾਡਾ ਕਤਲੇਆਮ ਕਰਵਾਇਆ ਤੇ ਮੈਂ ਠੋਕ ਵਜਾ ਕੇ ਗੱਲ ਕਹਿਣਾ ਕਿ ਸਾਰੀ ਉਮਰ ਕਾਂਗਰਸ ਦਾ ਕਦੇ ਵੀ ਰਾਜ ਪੰਜਾਬ ਦੇ ਵਿੱਚ ਤਾਂ ਆਉਣਾ ਹੀ ਨਹੀਂ ਸੀ ਚਾਹੀਦਾ। ਪੰਜਾਬ ਦੇ ਵਿੱਚੋਂ ਕਦੇ ਵੀ ਕਾਂਗਰਸ ਨੂੰ ਇੱਕ ਸੀਟ ਨਹੀਂ ਸੀ ਮਿਲਣੀ ਚਾਹੀਦੀ। ਪਰ ਕਦੇ ਕਾਂਗਰਸ ਰਾਜ ਕਰਦੀ ਆ, ਕਦੇ ਆਪੋਜਿਟ ਬੈਠੀ ਹੁੰਦੀ ਆ। ਤੁਸੀਂ ਜਿੱਥੇ ਅਸੀਂ ਹਿੰਦੂ ਕੌਮ ਦੀ ਗੱਲ ਕਰਦੇ ਆ, ਬ੍ਰਾਹਮਣ ਦੀ ਗੱਲ ਕਰਦੇ ਆ, ਤੁਸੀਂ ਸਿੱਖਾਂ ਦੀ ਮਾਨਸਿਕਤਾ ਪੜ੍ਹ ਕੇ ਦੇਖੋ। ਤੁਸੀਂ 84 ਅੱਜ ਦੇਖੋ ਵੀ ਜੇ 84 ਉਦੋਂ ਸਾਡੇ ਨਾਲ ਵਾਪਰ ਗਿਆ, ਅਸੀਂ ਕਿੱਥੇ ਕਿੱਥੇ ਗਲਤੀਆਂ ਕੀਤੀਆਂ। ਸਿੱਖ ਨੇ ਸਿੱਖਿਆ ਕੀ? ਦੁੱਖ ਇਸ ਗੱਲ ਦਾ ਨਹੀਂ, ਦੁੱਖ ਇਸ ਗੱਲ ਦਾ ਨਹੀਂ ਕਿ 84 ਨਾਲ ਸਾਡੇ ਨਾਲ ਕੀ ਹੋਇਆ। ਦੁੱਖ ਇਸ ਗੱਲ ਦਾ ਕਿ 84 ਤੋਂ ਅਸੀਂ ਕੁਝ ਸਿੱਖਿਆ ਵੀ ਆ, ਕੁਛ ਵੀ ਨਹੀਂ ਸਿੱਖਿਆ।
84 ਤੋਂ ਪਹਿਲਾਂ ਸਾਡੇ ਕੋਲ ਰਾਜਨੀਤਿਕ ਪਾਵਰ ਨਹੀਂ ਸੀ। 2016 ਆ ਗਿਆ, ਰਾਜਨੀਤਿਕ ਪਾਵਰ ਅੱਜ ਵੀ ਹੈ ਨਹੀਂ। ਤੇ ਜੋ ਮੈਂ ਡੰਕੇ ਦੀ ਚੋਟ ਨਾਲ ਕਹਿਣਾ 2017 ਆਉਣਾ ਤੇ ਮਲੀਆ ਮੇਟ ਹੋਣਾ, ਸਾਡੇ ਕੋਲ ਪਾਵਰ ਫਿਰ ਵੀ ਨਹੀਂ ਉਹ ਆਉਣੀ। ਜਿੱਥੇ ਅਸੀਂ ਰਾਜਨੀਤੀ ਦੀ ਗੱਲ ਕਰਦੇ ਆ, ਕਾਂਗਰਸ ਦੀ ਗੱਲ ਕਰਦੇ ਆ, ਵੱਡਿਆਂ ਬਾਦਲ ਦੀ ਗੱਲ ਕਰਦੇ ਆ, ਜਿਹਨੇ ਹਰਮੰਦਰ ਸਾਹਿਬ ਢਾਇਆ। ਮੈਂ ਇੱਥੋਂ ਤੱਕ ਵੀ ਕਹਿਣ ਨੂੰ ਤਿਆਰ ਆ, ਨਵੰਬਰ 1984 ਦੇ ਵਿੱਚ ਬਾਦਲ ਨੇ ਖੁਦ ਕਤਲੇਆਮ ਕਰਵਾਇਆ। ਇਹਦਾ ਮੈਂ ਪ੍ਰੂਫ ਦੇਣਾ, ਸਬੂਤ ਦੇਣਾ ਮੈਂ। ਜੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਅਟੈਕ ਕਰਾਉਂਦਾ ਬਾਦਲ, ਤੇ ਬਾਦਲ ਚਿੱਠੀ ਲਿਖਦਾ ਦਿੱਲੀ ਦਰਬਾਰੀਆਂ ਨੂੰ ਕਿ ਆ ਕੇ ਅਟੈਕ ਕਰੋ। ਉਹ ਕਹਿੰਦਾ ਸਿੱਖਾਂ ਦਾ ਕਤਲੇਆਮ ਕਰੋ। ਜਿਹੜਾ ਬੰਦਾ ਤੁਹਾਡੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਅਟੈਕ ਕਰਵਾ ਰਿਹਾ ਅਕਾਲੀ ਲੀਡਰਸ਼ਿਪ, ਉਹ ਤੁਹਾਡੇ ਨਵੰਬਰ 84 ਦੀ ਤੁਹਾਡੇ ਲਈ ਕੀ ਕਰੂਗੀ? ਠੀਕ ਆ, ਜਿਹੜਾ ਖੁਦ ਸਾਡੇ ਉੱਤੇ ਕਤਲੇਆਮ ਕਰਵਾ ਰਿਹਾ। ਮੁੱਕਦੀ ਗੱਲ ਇਹ ਆ, ਗੱਲ ਇਹ ਨਹੀਂ ਵੀ ਸਾਡੇ ਨਾਲ ਨਵੰਬਰ 84 ਚ ਕੀ ਹੋਇਆ, ਜੂਨ 84 ਚ ਕੀ ਹੋਇਆ। ਬਦਕਿਸਮਤੀ ਨਾਲ ਗੱਲ ਤਾਂ ਇਹ ਆ, ਅਸੀਂ ਕੁਝ ਸਿੱਖਿਆ ਕਿ ਨਹੀਂ, ਤੇ ਆਨਸਰ ਨਿਕਲਦਾ ਕੁਛ ਵੀ ਨਹੀਂ। ਇੱਕ ਜਾਂਦੇ ਲਾਸਟ ਗੱਲ ਹੈ ਜੀ, ਕਹਿੰਦੇ ਜੀ ਪੰਜਾਬੀ ਸੂਬਾ ਬਣਿਆ ਜਾਂ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ, ਤੇ ਜਿੰਨੇ ਸੂਬੇ ਸੀ ਇੰਡੀਆ ਦੇ ਵਿੱਚ, ਉਹਨਾਂ ਨੂੰ ਥਾਲੀ 'ਚ ਪਰੋਸ ਕੇ ਦਿੱਤੇ ਗਏ। ਉਹਨਾਂ ਨੇ ਸੰਘਰਸ਼ ਨਹੀਂ ਕੀਤਾ, ਕੋਈ ਸੰਘਰਸ਼ ਨਹੀਂ ਕੀਤਾ। ਹੁਣ ਮੈਨੂੰ ਦੱਸੋ, ਆਮ ਆਦਮੀ ਪਾਰਟੀ ਨੇ ਕਿਹੜਾ ਸੰਘਰਸ਼ ਕੀਤਾ ਆ 2017 ਦੇ ਵਿੱਚ? ਉਹਨਾਂ ਨੂੰ ਰਾਜਨੀਤਿਕ ਪਾਵਰ ਥਾਲੀ 'ਚ ਪਰੋਸ ਕੇ ਦੇਣੀ ਹੈ, ਕਿਹੜਾ ਸੰਘਰਸ਼ ਕੀਤਾ? ਭਾਵੇਂ ਆਪਣੇ ਆਪ ਨੂੰ ਸੋਚੀਏ, ਵੇਖੀਏ ਕਿ ਅਸੀਂ ਦੂਜੇ ਨੂੰ ਕਹਿੰਦੇ ਆ, ਬ੍ਰਾਹਮਣ ਨੂੰ, ਹਿੰਦੂਇਜ਼ਮ ਨੂੰ। ਅੱਜ ਸਿੱਖ ਕੌਮ ਬਹੁ ਗਿਣਤੀ ਮਾਨਸਿਕ ਤੌਰ ਤੇ ਗੁਲਾਮ ਨਹੀਂ ਹੋ ਚੁੱਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਆਪਣੇ ਵਿਚਾਰ ਰੱਖੇ ਤੁਸੀਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਪੰਜੋਲੀ ਸਾਹਿਬ, ਇਹਨਾਂ ਗੱਲਾਂ ਦੇ ਜੋ ਭਾਈ ਸਾਹਿਬ ਨੇ ਵਿਚਾਰ ਜੋ ਰੱਖੇ ਹੈ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਸਿੱਖਿਆ ਕੁਝ ਨਹੀਂ ਸਿੱਖ ਕੌਮ ਨੇ ਹਾਲੇ ਤੱਕ। ਇਹਨਾਂ ਦੀ ਇਸ ਗੱਲ ਦੀ ਮੈਂ ਬਿਲਕੁਲ ਪ੍ਰੋੜਤਾ ਕਰਦਾ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਾਂ ਦਿੱਲੀ ਦੇ ਜਾਂ ਹੋਰ ਦੇਸ਼ ਦੇ ਅੰਦਰ ਕਤਲੇਆਮ ਤੋਂ ਬਾਅਦ ਜਿਹੜੀ ਸਿੱਖਾਂ ਦੀ ਆਪਣੇ ਆਪ ਨੂੰ ਸਿਧਾਂਤਕ, ਪੰਥਕ ਜਾਂ ਕੁਰਬਾਨੀ ਕਰਨ ਵਾਲੀ ਜਿਹੜੀ ਲੀਡਰਸ਼ਿਪ ਹੈ, ਜਿਹੜੀ ਮਤਲਬ ਇਸ ਮੂਵਮੈਂਟ ਦੀ ਜਿਹਨੇ ਸਹੀ ਅਗਵਾਈ ਕੀਤੀ, ਜਿਹੜੇ ਉਹਦੇ ਵਾਰਸ ਨੇ ਅੱਜ, ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਮਤਲਬ ਖੁਦਗਰਜੀ ਹੈ, ਹਉਮੈ ਦਾ ਸ਼ਿਕਾਰ ਨੇ। ਉਹ ਕੋਈ ਆਪਣੀ ਕੁਰਬਾਨੀ ਕਰਕੇ ਮਤਲਬ ਖੁਦਗਰਜ ਹੋ ਗਿਆ, ਹਉਮੈ ਦਾ ਸ਼ਿਕਾਰ ਹੋ ਗਿਆ। ਕੋਈ ਬਹੁਤ ਮਤਲਬ ਆਪਣੇ ਆਪ ਨੂੰ ਵਿਦਵਾਨ ਸਮਝਣ ਦਾ ਯਤਨ ਕਰਨ ਲੱਗ ਪਿਆ। ਔਰ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਕਿ ਸਾਰੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖ ਨੌਜਵਾਨ ਜਿਹੜੇ ਬੱਚੇ ਨੇ, ਜਿਵੇਂ ਉਹਨਾਂ ਨੇ ਸੀਸ ਤਲੀ ਤੇ ਧਰ ਕੇ ਸ਼ਹਾਦਤ ਦਿੱਤੀ ਹੈ, ਜਿਸ ਤਰ੍ਹਾਂ ਉਹਨਾਂ ਨੇ ਕੁਰਬਾਨੀ ਕੀਤੀ ਹੈ, ਉਸ ਕੁਰਬਾਨੀ ਨੂੰ ਵੀ ਸਜਦਾ ਕਰਨਾ ਬਣਦਾ। ਪਰ ਨਾਲ ਦੀ ਨਾਲ ਇਹ ਦੁਖਾਂਤਕ ਪੱਖ ਵੀ ਹੈ ਕਿ ਇਸ ਮਤਲਬ ਡੁੱਲੇ ਹੋਏ ਲਹੂ ਦੀ ਵਿਰਾਸਤ ਦੇ ਅਸੀਂ ਸਹੀ ਵਾਰਸ ਨਹੀਂ ਬਣ ਸਕੇ। ਇਹ ਦੁਖਾਂਤਕ ਪੱਖ ਹੈ, ਅੱਜ ਵੀ ਹੈ। ਤੇ ਜੇ ਅਸੀਂ ਨਾ ਮਤਲਬ ਕਿਤੇ ਸਿਆਣਪ ਕੀਤੀ ਤਾਂ ਆਉਣ ਵਾਲੀ ਕੱਲ੍ਹ ਸਾਡੇ ਲਈ ਹੋਰ ਵੀ ਚਿੰਤਾ ਵਾਲੀ ਗੱਲ ਹੋਏਗੀ। ਜੇ ਮਤਲਬ ਕਿ ਪੰਜਾਬ ਦੀ ਸਤ੍ਹਾ ਦੇ ਉੱਤੇ ਕੋਈ ਪੰਥਕ ਧਿਰ ਤੋਂ ਬਗੈਰ ਕੋਈ ਹੋਰ ਧਿਰ ਮੁੜ ਕੇ ਰਾਜ ਭਾਗ 'ਚ ਆਉਂਦੀ ਹੈ, ਫਿਰ ਮੈਂ ਸਮਝਦਾ ਵੀ ਇਸ ਤੋਂ ਮਾੜੀ ਗੱਲ ਹੋਰ ਕੋਈ ਹੋ ਵੀ ਨਹੀਂ ਸਕਦੀ ਜੀ। ਸੋ ਭਾਈ ਸਾਹਿਬ, ਆਪਾਂ ਸਿੱਖ ਲੀਡਰਸ਼ਿਪ ਦੀ ਗੱਲ ਕੀਤੀ, ਭਾਈ ਸਾਹਿਬ ਨੇ ਜਿੱਦਾਂ ਗੱਲ ਛੇੜੀ ਕਿ ਅਸੀਂ ਸਿੱਖਿਆ ਕੁਝ ਨਹੀਂ ਇਸ ਤੋਂ, ਤਾਂ ਇਸ ਲੀਡਰਸ਼ਿਪ ਦੇ ਵਿੱਚ ਗੱਦਾਰਾਂ ਦੀ ਵੀ ਜਿਹੜਾ ਗੱਲ ਉਹ ਜ਼ਰੂਰ ਹੁੰਦੀ ਹੈ, ਜਿਵੇਂ ਹੁਣ ਸ਼ੁਰੂ ਹੋ ਹੀ ਚੁੱਕੀ ਹੈ ਇੱਕ ਤਰ੍ਹਾਂ ਦੀ। ਤਾਂ ਗੱਦਾਰਾਂ ਦੇ ਵਿੱਚ ਖਾਸ ਨਾਂ ਜਿਹੜੇ ਉੱਤੇ ਉੱਭਰ ਕੇ ਆਉਂਦੇ ਆ, ਉਹ ਕੌਣ ਸਨ? ਦੇਖੋ, ਮੈਂ ਇੱਕ ਗੱਲ ਮੈਂ ਇਹਨਾਂ ਨੂੰ ਸਾਰੇ ਸਿੰਘਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਵੀ ਅਸੀਂ ਮਤਲਬ ਸਿੱਖ ਲੀਡਰਸ਼ਿਪ ਉੱਤੇ ਇਸ ਕਿਸਮ ਦਾ ਐਲੀਗੇਸ਼ਨ ਲਾਉਂਦੇ ਆ, ਭਾਵੇਂ ਉਹ ਕੋਈ ਵਿਅਕਤੀ ਕਮਜ਼ੋਰ ਤਾਂ ਹੋ ਸਕਦਾ, ਪਰ ਮੈਨੂੰ ਇਹ ਨਹੀਂ ਲੱਗਦਾ ਕਿ ਕੋਈ ਸਿੱਖ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਏਗਾ। ਮੈਨੂੰ ਨਹੀਂ ਏਦਾਂ ਲੱਗਦਾ। ਕਿਸੇ ਕੋਲ ਕੋਈ ਸਬੂਤ ਹੋਵੇ, ਕੋਈ ਪ੍ਰੂਫ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਮੈਨੂੰ ਨਹੀਂ ਲੱਗਦਾ ਕਿ ਏਦਾਂ ਦੀ ਸਾਜ਼ਿਸ਼ ਵਿੱਚ, ਏਦਾਂ ਦੀ ਗਦਾਰੀ ਵਿੱਚ ਕੋਈ ਦਰਬਾਰ ਸਾਹਿਬ ਉੱਤੇ ਘੱਟੋ ਘੱਟ ਹਮਲਾ ਕਰਨ ਦੀ ਕੋਈ ਸਾਜ਼ਿਸ਼ ਕੋਈ ਸਿੱਖ ਸ਼ਾਇਦ ਨਾ ਕਰ ਸਕਦਾ ਹੋਵੇ। ਕਿਸੇ ਨੇ ਕਮਜ਼ੋਰੀ ਦਿਖਾਈ ਹੋਵੇ, ਗੱਲ ਵੱਖਰੀ ਹੈ। ਮੈਂ ਇੱਕ ਗੱਲ ਦੀ ਤੁਹਾਨੂੰ ਗਰੰਟੀ ਦਿੰਦਾ ਕਿ ਜੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਮੈਂ ਉਹਦੇ ਨਾਲ ਮਤਲਬ 30 ਸਾਲ ਰਿਹਾ, ਜੇ ਉਹਨੂੰ ਇਹ ਪਤਾ ਹੁੰਦਾ ਕਿ ਦਰਬਾਰ ਸਾਹਿਬ ਉੱਤੇ ਹਮਲਾ ਹੋਣਾ ਤਾਂ ਉਹ ਕਦੇ ਵੀ
30 ਤਰੀਕ ਵਾਲੀ ਰਾਤ ਨੂੰ ਦਰਬਾਰ ਸਾਹਿਬ ਕਦੇ ਨਾ ਜਾਂਦਾ ਜੇ ਉਹਨੂੰ ਇਸ ਗੱਲ ਦਾ ਗਿਆਨ ਹੁੰਦਾ। ਉਹਨੂੰ ਬਿਲਕੁਲ ਨਹੀਂ ਸੀ ਇਸ ਗੱਲ ਦਾ ਗਿਆਨ ਕਿ ਜੇ ਮੈਨੂੰ ਇਹ ਪਤਾ ਹੋਵੇ ਇਸ ਘਰ ਤੇ ਟੈਂਕਾਂ, ਤੋਪਾਂ ਤੇ ਜਹਾਜ਼ਾਂ ਨਾਲ ਹਮਲੇ ਹੋਣੇ ਨੇ ਤੇ ਮਿਜ਼ਾਈਲਾਂ ਸੁੱਟੀਆਂ ਜਾਣੀਆਂ ਨੇ ਤੇ ਫਿਰ ਮੈਂ ਉਸ ਘਰ ਵਿੱਚ ਕਿਉਂ ਰਹੂੰਗਾ ਜੀ, ਤੇ ਮੈਂ ਆਪਣੇ ਆਪ ਨੂੰ ਸੇਫ ਰੱਖੂੰ। ਤੇ ਇਹ ਗੱਲ ਜਿਹੜੇ ਉੱਥੇ ਸ਼ਾਮਲ ਨਹੀਂ ਹੋਏ, ਜਿਹੜੇ ਨਹੀਂ ਗਏ, ਉਹਨਾਂ ਦਾ ਰੋਲ ਕੀ ਹੋਇਆ, ਕੀ ਹੋ ਸਕਦਾ, ਇਹ ਤਾਂ ਦੇਖੋ ਇਤਿਹਾਸਕਾਰ ਦੱਸ ਸਕਦੇ ਨੇ। ਮੈਨੂੰ ਤਾਂ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ, ਮੇਰੇ ਕੋਲ ਏਦਾਂ ਦਾ ਕੋਈ ਸਬੂਤ ਨਹੀਂ ਹੈ ਜੀ। ਸੋ ਭਾਈ ਸਾਹਿਬ, ਗੱਦਾਰਾਂ ਦੀ ਚਲੋ ਗੱਲ ਆਪਾਂ ਛੱਡਦੇ ਹਾਂ ਤੇ ਹੁਣ ਦੇ ਹਾਲਾਤ ਤੇ ਜੇ ਆਪਾਂ ਨਿਗਾਹ ਮਾਰੀਏ, ਉਸ ਤੋਂ ਬਾਅਦ ਦੇ ਹਾਲਾਤ, ਸਿੱਖ ਲੀਡਰਸ਼ਿਪ ਦੀ ਕਿੰਨੀ ਕੁ ਸ਼ਮੂਲੀਅਤ ਰਹੀ ਹੈ ਉਹਨਾਂ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ? ਆਪਣੇ ਕੋਲ 2-3 ਮਿੰਟ ਦਾ ਸਮਾਂ ਹੈ ਜੀ। ਸਿੱਖ ਲੀਡਰਸ਼ਿਪ ਤੇ ਪੀੜਤ ਪਰਿਵਾਰ ਜਿਹੜੇ ਸਨ, ਉਹਨਾਂ ਦੇ ਨਾਲ ਖੜੇ ਹੋਣ ਦੀ ਕਿੰਨੀ ਕੁ ਜ਼ਰੂਰਤ ਕੀਤੀ ਹੈ ਕਿਸੇ ਨੇ, ਤੇ ਕਿੰਨੇ ਕੀਤੀ ਹੈ? ਦੇਖੋ, ਮੈਂ ਅਕਸਰ ਹੀ ਕੱਲ ਵੀ ਉਹਨਾਂ ਕੱਲ ਦੀਵਾਲੀ ਸੀ, ਮੈਂ ਹਾਲਾਂਕਿ ਮੇਰੇ ਪਰਿਵਾਰ ਦੇ ਵਿੱਚ ਇੱਕ ਟ੍ਰੈਜਡੀ ਹੋਈ, ਡੈਥ ਹੋ ਗਈ ਪਰਿਵਾਰ 'ਚ, ਮੇਰੇ ਮਾਮਾ ਜੀ ਦੀ ਨੂੰਹ ਦੀ ਡੈਥ ਹੋ ਗਈ। ਮੈਂ ਉਹਦੇ ਬਾਵਜੂਦ ਵੀ ਜਿਹੜੇ ਕੱਲਰ ਭੈਣੀ ਮਾਤਾ ਗੁਜਰੀ ਸਹਾਰਾ ਟਰਸਟ ਦੇ ਬੱਚੇ ਨੇ, ਜਿਹੜੇ ਕਿਸੇ ਸਮੇਂ ਸਾਰੇ ਦੇ ਸਾਰੇ ਬੱਚੇ ਖਾੜਕੂ ਪਰਿਵਾਰਾਂ ਦੇ ਸਨ, ਜਿਨ੍ਹਾਂ ਦੇ ਮਾਂ ਪਿਓ ਸੰਘਰਸ਼ ਵੀ ਸ਼ਹੀਦ ਹੋ ਗਏ, ਕਿਹਦਾ ਪੁੱਤਰ ਸ਼ਹੀਦ ਹੋ ਗਿਆ, ਕੋਈ ਮਾਂ ਹੈ, ਕਿਹਦਾ ਆਪਣਾ ਬਾਪੇ ਸ਼ਹੀਦ ਹੋ ਗਏ, ਕੋਈ ਬੱਚਾ। ਮੈਂ ਕੱਲ ਵੀ ਉਹਨਾਂ ਨਾਲ ਦੀਵਾਲੀ ਉੱਥੇ ਮਨਾ ਕੇ ਆਇਆ। ਮੈਂ ਇਸ ਪੱਖੋਂ ਤੁਹਾਡੀ ਇਸ ਗੱਲ ਦੀ ਤਾਇਦ ਕਰਦਾ ਕਿ ਜਿੰਨੀ ਸਿੱਖ ਲੀਡਰਸ਼ਿਪ ਨੂੰ ਇਹਨਾਂ ਪੀੜਤ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਸੀ, ਪੰਥਕ ਸੰਸਥਾਵਾਂ ਨੂੰ ਕਰਨੀ ਚਾਹੀਦੀ ਸੀ, ਸਮੁੱਚੇ ਸਿੱਖਾਂ ਨੂੰ ਕਰਨੀ ਚਾਹੀਦੀ ਸੀ, ਉਨੀ ਮਦਦ ਕੀਤੀ ਨਹੀਂ ਜਾ ਸਕੀ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਜਿਹੜੇ ਲੋਕ ਦਿੱਲੀ, ਕਾਨਪੁਰ, ਬਕਾਰੋਂ ਜਾਂ ਹਰਿਆਣੇ 'ਚ ਉੱਜੜ ਕੇ ਆਏ, ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੁੱਖ ਨਿਵਾਰਨ ਸਾਹਿਬ ਪਟਿਆਲੇ ਵੀ, ਫਤਿਹਗੜ੍ਹ ਸਾਹਿਬ ਵੀ, ਔਰ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਵੀ, ਜਿੱਥੇ ਜਿੱਥੇ ਦੇ ਏਰੀਏ ਦੇ ਵਿੱਚ ਉਹ ਰਹਿੰਦੇ ਸਨ ਜਾਂ ਜਿਸ ਏਰੀਏ 'ਚ ਉਹ ਉੱਥੇ ਰਹਿੰਦੇ ਸਨ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਮਕਾਨ ਬਣਾਉਣ ਲਈ ਪਲਾਟ ਵੀ ਦਿੱਤੇ ਸ਼੍ਰੋਮਣੀ ਕਮੇਟੀ ਨੇ, ਔਰ ਉਹਨਾਂ ਨੂੰ ਦੁਕਾਨਾਂ ਬਣਾ ਕੇ ਵੀ ਦਿੱਤੀਆਂ। ਇਹ ਮਦਦ ਉਹਨਾਂ ਦਿਨਾਂ ਵਿੱਚ ਜ਼ਰੂਰ ਹੋਈ। ਤੇ ਜਿਹੜੇ ਜੋਧਪੁਰ ਜੇਲ੍ਹ 'ਚ ਕੈਦ ਹੋਏ, ਉਹਨਾਂ ਦਾ ਕੇਸ ਸ਼੍ਰੋਮਣੀ ਕਮੇਟੀ ਨੇ ਲੜਿਆ। ਜਿਹੜੇ ਜਿਨ੍ਹਾਂ ਨੇ ਜਹਾਜ਼ ਗਵਾਹ ਕੀਤੇ, ਉਹਨਾਂ ਦੇ ਕੇਸ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜੇ। ਫੌਜੀਆਂ ਨੂੰ ਬਹੁਤ ਸਾਰਿਆਂ ਨੂੰ ਨੌਕਰੀਆਂ ਦਿੱਤੀਆਂ ਵੀ। ਪਰ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਿੱਖਾਂ ਨੂੰ ਇਹਨਾਂ ਪੀੜਤਾਂ ਦੀ ਜਿੰਨੀ ਖੁੱਲ੍ਹ ਕੇ ਮਦਦ ਕਰਨੀ ਚਾਹੀਦੀ ਸੀ, ਉਨੀ ਮਦਦ ਹੋ ਨਹੀਂ ਸਕੀ। ਇਸ ਗੱਲ ਦਾ ਦੁੱਖ ਵੀ ਹੈ ਤੇ ਅਫਸੋਸ ਵੀ ਹੈ। ਅੱਜ ਵੀ ਮੈਂ ਕੱਲ ਪਰਸੋਂ ਭਾਈ ਸੰਦੀਪ ਸਿੰਘ ਗੋਲਡੀ, ਜਿਹੜਾ ਮਲੇਸ਼ੀਆ ਤੋਂ ਗ੍ਰਿਫਤਾਰ ਹੋ ਕੇ ਆਇਆ, ਉਹਦੇ ਪਰਿਵਾਰ ਨੂੰ ਉਹਦੀ ਭੈਣ ਦੀ ਸ਼ਾਦੀ ਸੀ, 50,000 ਰੁਪਇਆ ਸ਼੍ਰੋਮਣੀ ਕਮੇਟੀ ਵੱਲੋਂ ਮੈਂ ਦੇ ਕੇ ਆਇਆ। ਤੇ ਭਾਈ ਹਵਾਰੇ ਨਾਲ ਮੁੰਡਾ ਬਲਜੀਤ ਸਿੰਘ ਭਾਊ, ਉਹ ਗ੍ਰਿਫਤਾਰ ਸੀ, ਉਹਦਾ ਚੂਲਾ ਉਤਰ ਗਿਆ, ਲੱਖ ਰੁਪਇਆ ਉਹਦੇ ਇਲਾਜ ਲਈ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਉਹਦੇ ਘਰ ਜਾ ਕੇ ਉਹਨੂੰ ਦੇ ਕੇ ਆਇਆ। ਕਿਤੇ ਗਾਹੇ ਬਗਾਹੇ ਮੈਂ ਆਪਣੇ ਵੱਲੋਂ ਬਹੁਤ ਯਤਨ ਕਰਦਾ, ਵਿਅਕਤੀਗਤ ਰੂਪ ਦੇ ਵਿੱਚ ਜਿੰਨਾ ਕੁ ਮੇਰੇ ਕੋਲ ਹੁੰਦਾ, ਪਰ ਮੈਂ ਇਹ ਸਮਝਦਾ ਕਿ ਸਿੱਖਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਏਦਾਂ ਦਾ ਯਤਨ ਬਹੁਤ ਘੱਟ ਹੋਇਆ। ਇਹਦਾ ਦੁੱਖ ਵੀ ਹੈ ਤੇ ਅਫਸੋਸ ਵੀ ਹੈ। ਜੀ ਜੀ। ਸੋ ਭਾਈ ਸਾਹਿਬ, ਆਪਣੇ ਕੋਲ ਸਮਾਂ ਜਿਹੜਾ ਹੈ ਉਹ ਸਮਾਪਤ ਹੋ ਗਿਆ ਜੀ। ਗੱਲਬਾਤ ਹਲੇ ਹੋਰ ਵੀ ਹੋ ਸਕਦੀ ਸੀ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ। ਤੇ ਮੈਂ ਚਾਹਾਂਗੀ ਕਿ ਜਾਂਦੇ ਜਾਂਦੇ ਅੱਧੇ ਮਿੰਟ ਦੇ ਵਿੱਚ ਤੁਸੀਂ ਜੇ ਕੋਈ ਸੁਨੇਹਾ ਅੱਜ ਦੀ ਪੀੜ੍ਹੀ ਨੂੰ ਇਸ ਘਟਨਾ ਨੂੰ ਲੈ ਕੇ ਦੇਣਾ ਚਾਹੋ ਤਾਂ ਜ਼ਰੂਰ ਦਿਓ ਜੀ। ਦੇਖੋ, ਮੈਂ ਇੱਕੋ ਹੀ ਮੇਰੀ ਅਪੀਲ ਆ, ਦੁਨੀਆ ਭਰ ਵਿੱਚ ਬੈਠੇ ਸਿੱਖ ਨੌਜਵਾਨ ਨੂੰ ਖਾਸ ਕਰਕੇ, ਕਿ ਜੋ ਜ਼ੁਲਮ, ਜੋ ਅਤਿਆਚਾਰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਆਰੰਭ ਹੋ ਕੇ ਅੱਜ ਤੱਕ ਲਗਾਤਾਰ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਜੋ ਸਾਜ਼ਿਸ਼ਾਂ ਰਚੀਆਂ ਗਈਆਂ, ਜੋ ਜ਼ੁਲਮ ਕੀਤੇ ਗਏ, ਉਹ ਸਾਰੇ ਦਾ ਸਾਰਾ ਸਾਨੂੰ ਪੜਚੋਲ ਕਰਨਾ ਚਾਹੀਦਾ, ਸਾਨੂੰ ਖੋਜ ਕਰਨੀ ਚਾਹੀਦੀ ਹੈ ਉਹਦੀ। ਤੇ ਔਰ ਜਿੰਨਾ ਕੁ ਵੀ ਲਿਖਿਆ ਜਾ ਸਕਦਾ ਉਹਨਾਂ ਕੁ ਸਾਨੂੰ ਜ਼ਰੂਰ ਲਿਖਣ ਦਾ ਯਤਨ ਕਰਨਾ ਚਾਹੀਦਾ, ਤਾਂ ਕਿ ਸਾਡੀ ਆਉਣ ਵਾਲੀ ਕੱਲ ਸਾਡੇ ਵਿਰੁੱਧ ਕੋਈ ਸਾਜ਼ਿਸ਼ ਰਚਣ ਦਾ ਯਤਨ ਕਰਦਾ, ਅਸੀਂ ਉਹ ਤੋਂ ਸੁਚੇਤ ਰਹਿ ਸਕੀਏ। ਇਹ ਮੇਰੀ ਸਿੱਖ ਪੰਥ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਹੈ ਜੀ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਕਿ ਤੁਸੀਂ ਆਪਣਾ ਸਮਾਂ ਦਿੱਤਾ ਤੇ ਗੱਲਬਾਤ ਕੀਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਕਰਨੈਲ ਸਿੰਘ ਪੰਜੋਲੀ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਸਿੱਖ ਨਸਲਕੁਸ਼ੀ ਨਵੰਬਰ 1984 ਦੇ ਬਾਰੇ। ਉਹਨਾਂ ਨੇ ਆਪਣੇ ਵਿਚਾਰ ਦਿੱਤੇ ਸਿੱਖ ਪੀੜਾਂ ਦੇ 32 ਵਰ੍ਹੇ ਪ੍ਰੋਗਰਾਮ ਦੇ ਦੌਰਾਨ। ਤੇ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ, ਜੋ ਕਿ
रेडियो वॉइस ऑफ खालसा वालों सिख नस्लकुशी के शहीदों को समर्पित है। एक खास उपराला किया गया सिख पीड़ा के 32 वरे ते हुण इस दौरान हरजोत कौर नूं इजाजत दिओ। तुसीं सुणदे रहो हक सच दी आवाज़ रेडियो वॉइस ऑफ खालसा। वाहिगुरू जी का खालसा, वाहिगुरू जी की